मास उपजै मासो सभो साक। सतगुर मिलिया हुक्म बुझिया तांको आवै रास। आप छुटे नह छूटिया नानक बचन विनाश। महला पहला। मास मास कर मूर्ख झगड़े ज्ञान ध्यान नहीं जानै। कौन मास कौन साग कहावै किस में पाप समाणे। गैंडा मार होम जग कीए देवत्यां की बाणे। मास छोड़ बैस नक पकड़ है राती मानस खाणे। फड़ कर लोकां नूं दिखलावै ज्ञान ध्यान नहीं सूझै। नानक अंधे स्यो क्या कहिए कहै न कहया बूझै। अंधा सोए जे अंध कमावै तिस हृदय से लोचन नाही। मात पिता की रक्त निपन्ने मच्छी मास न खाही। स्त्री भुख है जान इसमेला उथै मंद कमाही। मासो निम्मे मासो जम्मे हम मासै के भांडे। ज्ञान ध्यान कछ सूझै नाही चतुर कहावै पांडे। बाहर का मास मंदा स्वामी घर का मास चंगेरा। जी जंत सब मासों होए जीए लया वासेरा। भख भख है भख तज छोड़ है अंध गुरु जिन केरा। मासो निम्मे मासो जम्मे हम मासै के भांडे। ज्ञान ध्यान कछ सूझै नाही चतुर कहावै पांडे। मास पुराणी मास कतेबी चौह जुग मास कमाना। जज काज वियाहे सुहावै उथै मास समाना। स्त्री पुरख निपजह मासों पातशाह सुल्ताना। जे ओए दिसह नरक जांदे तां उन्हां का दान ना लैणा। जे ओए दिसह नरक जांदे तां उनका दान ना लैणा। देंदा नरक सुरग लैंदे देखो एहो धिंगाणा। आप न बूझै लोक बुझाए पांडे खरा सियाणा। पांडे तू जाणै ही नाही कित्थों मास उपन्ना। तोयहों अन्न कमाद कपाहां तोयहों त्रिभवन गन्ना। तोआ आखै हौ बहु विद हच्छा तोऐ बहुत विकारा। ए तेरा सछोड़ होवै सन्यासी नानक कहै विचारा। तोआ आखै है बहु विद अच्छा तोऐ बहुत विकारा। ए तेरा सछोड़ होवै सन्यासी नानक कहै विचारा। वाहिगुरु जी का खालसा वाहिगुरु जी की फतेह। जुगो जुग टल जबर छत्र तख्त दे मालक गुरता गद्दी ते विराजमान धन धन साहिब सतगुरु श्री गुरु ग्रंथ साहिब जी महाराज जी दी पावन पवित्र हजूरी अंदर सुभाईमान सतगुरु जी दी साजी नवाजी अति सत्कारयोग साध संगत जीओ। आप जी वडभागे हों जो दीन दुनिया के मालक धन धन साहिब श्री गुरु गोबिंद सिंह जी महाराज जी के पावन स्थान तख्त श्री केसगढ़ साहिब जी विखे अपनी हाजरियां लवा रहे हों। इलाही अमृतमयी पावन पवित्र गुरबाणी दी शब्द विचार
ਕਥਾ ਹਰ ਰੋਜ਼ ਦੀ ਤਰ੍ਹਾਂ ਸਰਵਣ ਕਰਨ ਦਾ ਸੁਭਾਗ ਮਿਲਿਆ ਹੈ। ਅੱਜ ਦੀ ਵਿਚਾਰ ਜੋ ਅਸੀਂ ਹੁਣ ਸ਼ਬਦ ਸੁਣਿਆ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1299 ਤੋਂ ਅੰਗ ਆਰੰਭ ਹੋ ਕੇ 1290 ਤੇ ਸੰਪੂਰਨ ਹੁੰਦਾ ਹੈ। ਮਲਾਰ ਰਾਗ ਦੇ ਅੰਦਰ ਮਲਾਰ ਕੀ ਵਾਰ ਦੇ ਵਿੱਚ 25ਵੀਂ ਪੌੜੀ ਅਤੇ ਉਸ ਦੇ ਨਾਲ ਸੰਬੰਧਿਤ ਇਹ ਸ਼ਲੋਕ ਹਨ। ਆਓ ਯਤਨ ਕਰੀਏ ਗੁਰੂ ਸਾਹਿਬ ਜੋ ਸਾਨੂੰ ਸਮਝਾਉਂਦੇ ਹਨ ਉਹ ਸਮਝਣ ਦੇ ਲਈ ਗੁਰੂ ਪਾਤਸ਼ਾਹ ਅੱਗੇ ਬੇਨਤੀ ਕਰੀਏ। ਅੱਜ ਦੇ ਸ਼ਬਦ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕਰਨ ਦੇ ਲਈ ਇਹਦੇ ਵਿੱਚ ਇੱਕ ਦੋ ਗੱਲਾਂ ਸਮਝ ਲੈਣ ਵਾਲੀਆਂ ਨੇ। ਉਹ ਇਹ ਹਨ ਕਿ ਇਸ ਸ਼ਬਦ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਸ ਦਾ ਜ਼ਿਕਰ ਕੀਤਾ ਹੈ। ਮਾਸ ਦਾ ਜ਼ਿਕਰ ਕੀਤਾ ਹੈ, ਨਾਲ ਇਹ ਵੀ ਆਖਿਆ ਹੈ ਕਿ ਮਾਸ ਦਾ ਝਗੜਾ ਬਹੁਤ ਜ਼ਿਆਦਾ ਵੱਡਾ ਹੈ। ਇਹ ਨਹੀਂ ਕਿ ਉਹ ਇਕੱਲਾ ਸਾਡੇ ਹੀ ਹੈ, ਪੂਰੀ ਦੁਨੀਆ ਦੇ ਵਿੱਚ ਮਾਸ ਦਾ ਬਹੁਤ ਵੱਡਾ ਇੱਕ ਤਰ੍ਹਾਂ ਦਾ ਵਖੇੜਾ ਲੋਕੀ ਝਗੜਦੇ ਹਨ। ਜਿਹੜੇ ਮਾਸਾਹਾਰੀ ਹਨ ਬੰਦੇ, ਮਾਸ ਖਾਂਦੇ ਹਨ, ਵੈਸੇ ਉਹਨਾਂ ਨੂੰ ਮਾਸਾਹਾਰੀ ਨਹੀਂ ਕਹਿ ਸਕਦੇ, ਮਾਸ ਖਾਣ ਵਾਲੇ। ਮਾਸਾਹਾਰੀ ਉਹ ਹੁੰਦਾ ਹੈ ਜਿਹੜਾ ਕੁਦਰਤੀ ਉਹ ਮਾਸ ਦਾ ਆਹਾਰ ਜਿਹਦਾ ਬਣਾਇਆ ਹੋਵੇ ਪ੍ਰਮਾਤਮਾ ਨੇ। ਜਿਹੜੇ ਬੰਦੇ ਮਾਸ ਖਾਣ ਵਾਲੇ ਉਹ ਮਾਸ ਦੇ ਪੱਖ 'ਚ ਹਜ਼ਾਰਾਂ ਦਲੀਲਾਂ ਲੈ ਆਉਂਦੇ ਹਨ। ਜਿਹੜੇ ਨਹੀਂ ਖਾਣ ਵਾਲੇ ਉਹ ਮਾਸ ਦੇ ਨੁਕਸਾਨ ਦੀਆਂ 3600 ਦਲੀਲਾਂ ਕੱਢ ਲੈਣਗੇ ਵੀ ਇਹਦਾ ਆਹ ਨੁਕਸਾਨ ਹੈ, ਇਹਦਾ ਆਹ ਨੁਕਸਾਨ ਹੈ। ਖਾਣ ਵਾਲੇ ਕਹਿਣਗੇ ਇਹਦਾ ਆਹ ਫਾਇਦਾ, ਇਹਦਾ ਆਹ ਫਾਇਦਾ। ਗੁਰੂ ਮਹਾਰਾਜ ਜੀ ਨੇ ਇਹਨੂੰ ਝਗੜਾ ਆਖਿਆ ਹੈ। ਮਹਾਰਾਜ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ। ਫਿਰ ਮਹਾਰਾਜ ਜੀ ਨੇ ਜਿਹੜੀ ਇਸ ਸ਼ਬਦ ਵਿੱਚ ਗੱਲ ਕੀਤੀ ਉਹ ਕੀ ਹੈ? ਗਿਆਨ ਧਿਆਨ ਨਹੀਂ ਜਾਣਾ। ਅਸਲ ਮਨੁੱਖੀ ਪ੍ਰਯੋਜਨ ਸੀ ਪਰਮਾਤਮਾ ਅਕਾਲ ਪੁਰਖ ਦਾ ਗਿਆਨ ਹੋ ਜਾਣਾ ਔਰ ਨਿਰਗੁਣ ਰੂਪ ਦਾ ਗਿਆਨ ਅਤੇ ਸਰਗੁਣ ਰੂਪ ਦਾ ਧਿਆਨ ਬੰਦੇ ਦੇ ਜੀਵਨ ਵਿੱਚ ਹੋਏ ਤੇ ਬੰਦਾ ਇਸ ਝਗੜੇ ਤੋਂ ਉੱਤੇ ਉੱਠ ਜਾਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਜੀਵਨ ਸਫਲ ਕਿਵੇਂ ਹੋਏਗਾ। ਜੀਵਨ ਸਫਲ ਹੋਣਾ ਕਿਵੇਂ ਹੈ ਉਹ ਵੀ ਗੁਰੂ ਜੀ ਕਹਿੰਦੇ ਸਤਿਗੁਰ ਮਿਲਿਆ ਹੁਕਮ ਬੁੱਝੀਆ ਤਾਂ ਕੋ ਆਵੈ ਰਾਸ। ਜਦੋਂ ਕੋਈ ਸਿੱਖ ਗੁਰੂ ਨੂੰ ਮਿਲ ਕੇ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਤਾਂ ਉਹ ਜੀਵਨ ਦੀ ਬਾਜੀ ਨੂੰ ਜਿੱਤਦਾ ਹੈ, ਉਹਦਾ ਜੀਵਨ ਰਾਸ ਆਉਂਦਾ ਹੈ। ਤੇ ਨਹੀਂ ਤੇ ਸਾਧ ਸੰਗਤ ਜੀ ਕੋਈ ਬੰਦਾ ਆਪਣੇ ਆਪ ਸਿਆਣਾ ਬਣਿਆ ਰਵੇ, ਆਪ ਛੁੱਟੇ ਨਹਿ ਛੂਟੀਆ ਨਾਨਕ ਬਚਨ ਵਿਨਾਸ਼। ਆਪਣੇ ਆਪ ਆਪਣੀ ਮੱਤ ਨਾਲ ਛੁਟਕਾਰਾ ਨਹੀਂ ਹੋਣਾ। ਇਹ ਗੁਰੂ ਜੀ ਨੇ ਇਸ ਸ਼ਬਦ ਵਿੱਚ ਸਮਝਾਉਣਾ ਕੀਤਾ। ਔਰ ਜਦੋਂ ਇਸ ਸ਼ਬਦ ਨੂੰ ਵੇਖਦੇ ਹਾਂ, ਇਸ ਸ਼ਬਦ ਦੇ ਵਿੱਚ ਪ੍ਰੌੜਾਵਾਦ ਹੈ। ਜਿਵੇਂ ਕਿਸੇ ਗੱਲ ਨੂੰ ਚਰਚਾ ਚੱਲਦੀ ਹੁੰਦੀ ਹੈ, ਇੱਕ ਪੱਖ ਨੂੰ ਖੰਡਨ ਕਰਨ ਲਈ ਦੂਜਾ ਪੱਖ ਦੇਈਦਾ, ਇਸ ਸ਼ਬਦ ਵਿੱਚ ਉਹ ਚੱਲਦਾ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਇਸ ਸ਼ਬਦ ਦੀ ਸੰਪਰਦਾਈ ਸੀਨਾ ਬਸੀਨਾ ਵਿਦਵਾਨ ਮਹਾਤਮਾ ਜਨ ਉਹਨਾਂ ਦੇ ਮੁੱਖੋਂ ਕਥਾ ਸੁਣਦੇ ਹਾਂ ਜਾਂ ਉਹ ਲਿਖਤਾਂ ਪੜ੍ਹਦੇ ਹਾਂ, ਉਸ ਦੇ ਵਿੱਚ ਉਹਨਾਂ ਇਸ ਸ਼ਬਦ ਦੀ ਵਿਆਖਿਆ ਤੋਂ ਪਹਿਲਾਂ ਇੱਕ ਉਥਾਨਕਾ ਇੱਕ ਘਟਨਾ ਵੀ ਦੱਸੀ ਹੈ। ਇੱਕ ਗੱਲ ਮੈਂ ਹੋਰ ਦੱਸ ਦੇਵਾਂ, ਇਸ ਸ਼ਬਦ ਦੇ ਉੱਤੇ ਬਹੁਤ ਚਰਚਾ ਹੋਈ ਹੈ। ਅੱਜ ਪਹਿਲੀ ਵਾਰ ਨਹੀਂ ਹੋਣ ਲੱਗੀ, ਆਪਾਂ ਤੇ ਲੜੀਵਾਰ ਕਥਾ ਚੱਲ ਰਹੀ ਹੈ ਤਾਂ ਕਰਕੇ ਆਪਣੇ ਸਾਹਮਣੇ ਜਿਹੜਾ ਸ਼ਬਦ ਆਉਂਦਾ ਆਪਾਂ ਉਹਦੀ ਵਿਚਾਰ ਕਰਦੇ ਹਾਂ। ਵੱਡੇ ਵੱਡੇ ਵਿਦਵਾਨਾਂ ਨੇ, ਵੱਡੇ ਵੱਡੇ ਫਿਲਾਸਫਰਾਂ ਨੇ, ਵੱਡੇ ਵੱਡੇ ਤੱਤਵੇਤੇ ਗਿਆਨੀ ਬ੍ਰਹਮ ਗਿਆਨੀਆਂ ਨੇ ਇਹ 'ਤੇ ਵਿਚਾਰ ਦੇ ਦਿੱਤੀ ਹੈ। ਇਹ ਕੋਈ ਪਹਿਲੀ ਵਿਚਾਰ ਵੀ ਨਹੀਂ ਆਪਣੀ ਤੇ ਆਖਰੀ ਵੀ ਨਹੀਂ ਹੈ ਵੀ ਆਪਣੇ ਤੋਂ ਬਾਅਦ ਕਿਸੇ ਨੇ ਕਰਨੀ ਨਹੀਂ।
ਜਾਂ ਜੋ ਆਪਾਂ ਕਹਿ ਦਿੱਤਾ ਉਹ ਤੋਂ ਸਾਰੇ ਸੰਤੁਸ਼ਟ ਹੋ ਜਾਣਗੇ, ਇਹ ਵੀ ਕਦੇ ਨਹੀਂ ਹੋਣਾ। ਇਸ ਸ਼ਬਦ ਦੀ ਵਿਆਖਿਆ ਦਾ ਵੀ ਬੜਾ ਫਰਕ ਪਾਇਆ ਗਿਆ। ਬਹੁਤ ਸਾਰੇ ਜਿਹੜੇ ਮਹਾਤਮਾ ਜਨ, ਗੁਰਮੁਖ ਜਨ, ਬੰਦਗੀ ਵਾਲੇ ਨਹੀਂ ਖਾਂਦੇ, ਉਹਨਾਂ ਨੇ ਇਹਦੇ ਵਿੱਚੋਂ ਹੀ ਸਿੱਧ ਕੀਤਾ ਵੀ ਇਹਦੇ 'ਚ ਮਾਸ ਖਾਣ ਦਾ ਤਾਂ ਕਿਤੇ ਜ਼ਿਕਰ ਹੈ ਹੀ ਨਹੀਂ। ਕਿੱਥੇ ਲਿਖਿਆ ਦਿਖਾਓ ਵੀ ਮਾਸ ਖਾਣਾ ਚਾਹੀਦਾ। ਜਿਹੜੇ ਕਈ ਵੀਰ ਮਨ ਜਿਨ੍ਹਾਂ ਦਾ ਖਾਣ ਪੀਣ ਦਾ ਸ਼ੌਕੀਨ ਹੈ, ਫਿਰ ਖਾਣੇ ਦੇ ਨਾਲ ਪੀਣਾ ਵੀ ਲੱਗਦਾ ਹੁੰਦਾ, ਫਿਰ ਇਕੱਲਾ ਖਾਧਾ ਤੇ ਕੋਈ ਮਤਲਬ ਨਹੀਂ ਹੁੰਦਾ। ਉਹ ਪੀਂਦੇ ਪੂੰਦੇ ਵੀ ਹੁੰਦੇ ਆ ਕਿਤੇ ਨਾ ਕਿਤੇ, ਕਿਸੇ ਤਰੀਕੇ ਕੁਛ ਨਾ ਕੁਛ। ਜਿਹੜੇ ਖਾਣ ਪੀਣ ਵਾਲੇ ਆ ਫਿਰ ਉਹ ਇਹਨੂੰ ਮੰਡਣ ਪੱਖ 'ਚ ਲੈ ਜਾਂਦੇ ਆ ਵੀ ਖਾ ਲੈਣਾ ਚਾਹੀਦਾ। ਇਸ ਲਈ ਅੱਜ ਤੇ ਮੈਂ ਇਉਂ ਸਮਝਦਾ ਵੀ ਇੱਥੇ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਕੇ ਆਇਆ, ਮਹਾਰਾਜ ਇਹ ਤਾਂ ਦੋਵੇਂ ਪੱਖ ਨੇ, ਭਾਰੂ ਦੋਵੇਂ ਹੀ ਨੇ, ਕਿ ਤੁਸੀਂ ਜੇ ਤਾਂ ਖੰਡਨ ਕਰਦੇ ਹੋ, ਉਹ ਦੂਜੇ ਆ ਜਿਹੜੇ ਉਹ ਗਲ ਪੈਣ ਤੱਕ ਜਾਂਦੇ ਹੋ ਤੇ ਖਹਿੜਾ ਨਹੀਂ ਛੱਡਦੇ ਅਗਲੇ ਦਾ, ਤੁਹਾਡਾ ਪਿੱਛਾ ਕਰਦੇ ਦੂਰ ਤੱਕ, ਇੱਥੋਂ ਤੱਕ ਕਿ ਜਿੰਨਾ ਤੁਹਾਡਾ ਨੁਕਸਾਨ ਹੋ ਸਕੇ ਉਹ ਵੀ ਕਰਦੇ ਵੀ ਇਹਨੇ, ਤੇ ਸਾਡੇ ਖਾਣ ਪੀਣ 'ਤੇ ਲੱਤ ਮਾਰ ਦਿੱਤੀ, ਇਹਨੂੰ ਕੀ ਲੋੜ ਸੀ। ਦੂਜੇ ਭਾਈ ਜੇ ਕਹਿ ਦਿਓ ਖਾਣਾ ਤੇ ਫਿਰ ਸੰਤ ਮਹਾਤਮਾ ਜਿਹੜੇ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਆ, ਉਹਨਾਂ ਤੋਂ ਵੀ ਇਸ ਚੀਜ਼ ਦਾ ਡਰ ਹੀ ਹੁੰਦਾ ਹੈ, ਕਿਉਂਕਿ ਉਹ ਕਿਸੇ ਦਾ ਨੁਕਸਾਨ ਤਾਂ ਨਹੀਂ ਕਰਦੇ ਪਰ ਬਦਅਸੀਸ ਵੱਡੀ ਹੁੰਦੀ ਹੈ। ਇਸ ਲਈ ਕਿਉਂਕਿ ਸ਼ਬਦਾਂ ਦੀ ਵਿਆਖਿਆ ਵਿੱਚ ਬੜਾ ਇਹਦੇ ਵਿੱਚ ਅੰਤਰ ਕੀਤਾ ਹੋਇਆ ਵਿਦਵਾਨਾਂ ਨੇ। ਆਓ ਆਪਾਂ ਯਤਨ ਕਰ ਲਈਏ, ਮਹਾਰਾਜ ਅੱਗੇ ਬੇਨਤੀ ਕਰੀਏ ਕਿਸੇ ਦਾ ਦਿਲ ਦੁਖੇ ਹੀ ਨਾ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਰੂਕਸ਼ੇਤਰ ਗਏ, ਜਿਹੜੇ ਸੰਪਰਦਾਇ ਵਿਦਵਾਨ ਲਿਖਦੇ ਹਨ ਇਹਦੀ ਉਥਾਨਕ, ਉੱਥੇ ਕੁਰੂਕਸ਼ੇਤਰ ਜਦੋਂ ਗੁਰੂ ਮਹਾਰਾਜ ਜੀ ਗਏ, ਗੁਰੂ ਜੀ ਦੇ ਪਹੁੰਚਣ ਦੇ ਉੱਤੇ ਜਿਹੜਾ ਉੱਥੇ ਸਮਾਂ ਸੀ, ਸੂਰਜ ਗ੍ਰਹਿਣ ਦਾ ਟਾਈਮ ਸੀ ਕਿਤੇ ਲੱਗਿਆ ਹੋਇਆ। ਸੂਰਜ ਗ੍ਰਹਿਣ ਦੇ ਸਮੇਂ ਗੁਰੂ ਨਾਨਕ ਦੇਵ ਜੀ ਦਾ ਉੱਥੇ ਜਾਣਾ ਹੋਇਆ ਤੇ ਉੱਥੇ ਇੱਕ ਰਾਜਾ ਅੰਮ੍ਰਿਤ ਰਾਏ ਦਾ ਪੁੱਤਰ ਰਾਜਾ ਜਗਤ ਰਾਏ, ਹਾਂਸੀ ਦਾ ਰਾਜਾ ਸੀ, ਕੁਝ ਕੁ ਵਿਦਵਾਨ ਉਹਨੂੰ ਪਟਨੇ ਦਾ ਵੀ ਕਹਿੰਦੇ। ਉਹ ਪਿੱਛੇ ਆਪਣਾ ਘਰ ਘਾਟ ਲੁਟਾ ਕੇ ਉਹਦੇ ਦੁਸ਼ਮਣ ਨੇ ਲੁੱਟ ਲਿਆ, ਰਸਤੇ 'ਚ ਆ ਰਿਹਾ ਸੀ ਇੱਧਰ ਨੂੰ, ਕੋਲ ਕੁਛ ਹੈ ਨਹੀਂ ਸੀ, ਆਇਆ ਵੀ ਕੁਰੂਕਸ਼ੇਤਰ ਦਾ ਮੇਲਾ ਲੱਗਿਆ, ਕਿਸੇ ਗੁਰਮੁਖ ਕਿਸੇ ਮਹਾਤਮਾ ਨੂੰ ਮਿਲਾਂਗੇ ਉੱਥੇ ਸਾਧੂ ਹੋਏਗਾ। ਰਾਜਾ ਸੀ, ਕੁਛ ਹੈ ਨਹੀਂ ਸੀ, ਵੀ ਖਾਲੀ ਹੱਥ ਕਿਉਂ ਜਾਈਏ। ਚਾਣਕੇ ਰਾਜਨੀਤੀ ਵਿੱਚ ਲਿਖਿਆ ਵੀ ਵੈਦ ਗੁਰੂ ज्योतिषी वैद राज गुर ज्योतिषी इनके पास जो जाए फल दिए फल पाए है रिक्त पान न जाए। चाणक्य च लिखा, राजिਆਂ ਨੂੰ ਰਾਜਨੀਤੀ ਪੜਾਈ ਜਾਂਦੀ ਹੈ ਚਾਣਕਾ, ਉਹ 'ਚ ਲਿਖਿਆ ਗੁਰੂ ज्योतिषी राजा वैद ਇਹਦੇ ਕੋਲ ਕੁਛ ਜਾਓ, ਕੁਛ ਨਾ ਕੁਛ ਜ਼ਰੂਰ ਲੈ ਕੇ ਜਾਓ। ਹੋਰ ਤੇ ਉਹਦੇ ਕੋਲ ਕੁਛ ਹੈ ਨਹੀਂ ਸੀ, ਜੰਗਲ ਦੇ ਵਿੱਚੋਂ ਆ ਰਿਹਾ ਸੀ, ਲੁਕਿਆ ਰਸਤੇ ਦੇ ਵਿੱਚ ਹਿਰਨ ਮਾਰੀ ਉਹ ਚੁੱਕੀ ਹੋਈ ਸੀ, ਨਾਲ ਲਿਆਇਆ। ਅੱਗੇ ਆਇਆ, ਧੰਨ ਗੁਰੂ ਨਾਨਕ ਦੇਵ ਸਾਹਿਬ ਨੂੰ ਵੇਖ ਕੇ ਪ੍ਰਭਾਵਿਤ ਹੋਇਆ, ਮਹਾਰਾਜ ਦੇ ਚਰਨਾਂ 'ਚ ਉਹਨੇ ਰੱਖ ਦਿੱਤਾ। ਇਉਂ ਲਿਖਿਆ ਮਿਲਦਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬੈਠੇ ਆ, ਕੀਰਤਨ ਚੱਲ ਰਿਹਾ ਹੈ, ਉਹ ਰਾਜੇ ਅਤੇ ਉਹਦੇ ਸਾਥੀਆਂ ਨੇ ਉਹਨੂੰ ਸਾਫ਼ ਸੂਫ ਕਰਕੇ ਚਾੜ ਦਿੱਤਾ। ਜਦੋਂ ਇਹ ਚਾੜਿਆ, ਹੁਣ ਇਹਦੇ ਦੋ ਪੱਖ ਹੈ, ਉਹ ਇਹ ਸਾਖੀ ਪੱਖ ਮੈਂ ਕਹਿ ਰਿਹਾ, ਪਰ ਇਹ ਸਾਖੀ ਦੇ ਦੋ ਪੱਖ ਹੈ। ਪਰ ਕਹਿੰਦੇ ਜਦੋਂ ਉਹਨੂੰ ਖੋਲ ਕੇ ਦੇਖਿਆ ਉਹਦੇ ਵਿੱਚ ਖੀਰ ਸੀ। ਹੁਣ ਇਹ ਵੀ ਲਾਓ ਕਿ ਖੀਰ ਸੀ, ਮਾਸ ਨਹੀਂ ਸੀ ਉਹ। ਪਰ ਜੋ ਲਿਖਤ ਰੂਪ ਹੈ ਸਾਖੀਆਂ ਦੀ, ਉਹ ਮੈਂ ਤੁਹਾਨੂੰ ਦੱਸ ਰਿਹਾ। ਆਪਾਂ ਅੱਗੇ ਕੱਢਾਂਗੇ ਇਹਦਾ ਨਿਚੋੜ ਕੀ ਹੈ। ਲਿਆ ਕੇ ਜਦੋਂ ਉਹਨਾਂ ਆਗੂ ਕਵਾਲੀ ਧਰ ਦਿੱਤਾ ਤੇ ਭਾਈ ਮਰਦਾਨਾ ਜੀ ਕੀਰਤਨ ਕਰ ਰਹੇ, ਗੁਰੂ ਨਾਨਕ ਜੀ ਸਮਾਧਿਸ਼ਟ ਹੋਏ ਬੈਠੇ ਆ। ਇਤਨੇ ਨੂੰ ਜਦੋਂ ਅੱਗ ਬਲੀ, ਗ੍ਰਹਿਣ ਦੇ ਸਮੇਂ ਅੱਗ ਬਾਲਣ ਦਾ ਹਿੰਦੂ ਲੋਕਾਂ ਦੇ ਵਿੱਚ ਬੜਾ ਇਸ ਗੱਲ ਦਾ ਬੁਰਾ ਮਨਾਇਆ ਜਾਂਦਾ। ਉੱਥੇ ਇਕੱਠ ਹੋ ਗਿਆ, ਬ੍ਰਾਹਮਣ ਸੀ ਜਿਹੜੇ, ਪੰਡਿਤ ਸੀ ਜਿਹੜੇ, ਉਹ ਇਕੱਠੇ ਹੋ ਕੇ ਆ ਗਏ।
ਉਹਨਾਂ ਦੇ ਵਿੱਚੋਂ ਇੱਕ ਨਾਨੂ ਨਾਮ ਦਾ ਪੰਡਿਤ ਸੀ, ਬੜਾ ਵਿਦਵਾਨ ਸੀ, ਉਹਦਾ ਨਾਂ ਸੀ ਨਾਨੂ। ਉਹਨੇ ਪੜ੍ਹਿਆ ਸੀ ਕਿ ਰਿਸ਼ੀ ਵਿਆਸ ਨੇ ਪੁਰਾਣਾਂ ਦੇ ਅੰਦਰ, ਭਵਿੱਖਤ ਪੁਰਾਣ ਦੇ ਅੰਦਰ ਇਹ ਲਿਖਿਆ ਕਿ ਇੱਕ ਕਲਯੁਗ ਦੇ ਸਮੇਂ ਦੇ ਅੰਦਰ ਇੱਕ ਨਾਨਕ ਨਾਮ ਦੇ ਅਵਤਾਰੀ ਪੁਰਸ਼ ਨੇ ਜਨਮ ਲੈਣਾ ਹੈ, ਉਹਨੇ ਅਵਤਰਿਤ ਹੋਣਾ ਹੈ, ਉਹ ਪ੍ਰਮਾਤਮਾ ਦਾ ਹੀ ਰੂਪ ਹੋਏਗਾ, ਉਹਦੇ ਬਰਾਬਰ ਕੋਈ ਨਹੀਂ ਹੋਏਗਾ। ਨਾਨੂ ਪਹਿਲਾਂ ਤੇ ਲੱਭਦਾ ਰਿਹਾ ਵੀ ਕੋਈ ਹੋਵੇ, ਪਰ ਉਹ ਵਿਦਵਾਨ ਬੜਾ ਸੀ, ਉਹਨੇ ਸੋਚਿਆ ਹੋ ਸਕਦਾ ਮੇਰੇ ਵਾਰੀ ਹੋਵੇ ਇਹ ਨਾਨੂ। ਮੇਰੇ ਮਾਪਿਆਂ ਨੇ ਨਾਨਕ ਦੀ ਬਜਾਏ ਮੇਰਾ ਨਾਂ ਨਾਨੂ ਰੱਖ ਦਿੱਤਾ। ਉਹ ਆਪਣੇ ਆਪ ਨੂੰ ਨਾਨੂ ਪੰਡਿਤ ਸੀ, ਗੁਰੂ ਨਾਨਕ ਕਹਾਉਣ ਸੀ। ਜਿੱਥੇ ਕਿਤੇ ਜਾਂਦਾ ਸੀ ਸ਼ਾਸਤਰਾਂ ਦਾ ਬਹੁਤ ਧਨੀ ਸੀ, ਵਿਦਵਾਨ ਬੜਾ ਸੀ, ਪੁਰਾਣਾਂ ਦੀਆਂ ਸਿਮਰਤੀਆਂ ਦਾ, ਸ਼ਾਸਤਰਾਂ ਦਾ। ਜਿੱਥੇ ਵੀ ਉਹਨੇ ਜਾਣਾ ਲੋਕਾਂ ਨੂੰ ਚਰਚਾ ਵਿੱਚ ਜਿੱਤ ਲੈਣਾ। ਜਿਉਂ-ਜਿਉਂ ਲੋਕਾਂ ਨੂੰ ਜਿੱਤਣਾ ਤਿਉਂ-ਤਿਉਂ ਹੰਕਾਰ ਹੋਰ ਵਧੀ ਜਾਣਾ ਵੀ ਸੱਚੀ ਮੁੱਚੀ ਮੈਂ ਹੀ ਗੁਰੂ ਨਾਨਕ ਹਾਂ। ਪਰ ਅੱਜ ਜਦੋਂ ਸੱਚੇ ਗੁਰੂ ਨਾਨਕ ਨਾਲ, ਮਹਾਰਾਜ ਨਾਲ ਉਹਦਾ ਟਾਕਰਾ ਹੋਇਆ, ਉਹਦੇ ਨਾਲ ਫਿਰ ਇੱਥੇ ਵਿਚਾਰ ਚਰਚਾ ਚੱਲੀ। ਆਓ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਹਨ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਸ ਦੱਸ ਰਹੇ। ਮਾਸ ਕਿੰਨੇ ਕਿਸਮ ਦਾ? ਮਾਸ ਵਿੱਚੇ ਬੰਦਾ ਵਰਤ ਰਿਹਾ ਹੈ, ਮਾਸ ਬਿਨਾਂ ਕੋਈ ਵੀ ਵਿਹਾਰ ਨਹੀਂ, ਹਰੇਕ ਚੀਜ਼। ਪਰ ਕਿਸੇ ਸਥਿਤੀ 'ਤੇ ਉਹਦਾ ਕੋਈ ਰੂਪ ਬਣ ਜਾਂਦਾ ਹੈ, ਦੂਜੀ ਸਥਿਤੀ 'ਤੇ ਉਹਦਾ ਕੋਈ ਰੂਪ ਬਣ ਜਾਂਦਾ ਹੈ। ਜਿਵੇਂ ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਪਾਣੀ ਤੋਂ ਹੀ ਕਪਾਹ ਪੈਦਾ ਹੁੰਦੀ ਹੈ, ਪਾਣੀ ਤੋਂ ਹੀ ਗੰਨਾ ਬਣਦਾ ਹੈ। ਉਹ ਗੰਨਾ ਹੈ ਜਿਹੜਾ, ਉਹ ਤੋਂ ਰਸ ਬਣ ਜਾਂਦਾ, ਉਹ ਰਸ ਤੋਂ ਅੱਗੇ ਸ਼ਰਾਬ ਬਣ ਜਾਂਦੀ ਹੈ। ਉਹ ਦੇਖਣਾ ਕਿਹੜੀ ਪਰਿਸਥਿਤੀ ਵਿੱਚ ਕਿਸ ਚੀਜ਼ ਨੂੰ ਕਿਸ ਤਰੀਕੇ ਵਰਤਣਾ ਹੈ। ਇਹ ਗੁਰੂ ਮਹਾਰਾਜ ਜੀ ਨੇ ਫਿਰ ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਉੱਥੇ ਜਦੋਂ ਪੰਡਤਾਂ ਨੇ ਆ ਕੇ ਰੌਲਾ ਪਾਇਆ, ਝਗੜਾ ਕੀਤਾ, ਰਾਜੇ ਨੂੰ ਵੀ ਮਾਰਨ ਲਈ ਆਏ। ਮਾਰ ਕਹਿੰਦੇ ਕਿਉਂ ਮਾਰ, ਕੀ ਗੱਲ ਹੋ ਗਈ? ਇੱਥੇ ਧਾਰਮਿਕ ਸਥਾਨ ਹੈ, ਇੱਥੇ ਲੋਕੀ ਸਾਰੇ ਤੁਸੀਂ ਕਹਿੰਦੇ ਹੋ ਵੀ ਇਹ ਧਾਰਮਿਕ ਸਥਾਨ ਨੇ, ਇਹ 'ਚ ਪਾਪ ਨਹੀਂ ਕਰਨਾ, ਕਿਉਂ ਮਾਰ ਰਹੇ? ਕਹਿੰਦੇ ਜੀ ਇਹਨੇ ਮਿਰਗ ਮਾਰ ਦਿੱਤਾ। ਮਹਾਰਾਜ ਕਹਿੰਦੇ ਮਿਰਗ ਮਾਰਨਾ ਮਾੜਾ ਹੋ ਗਿਆ, ਬੰਦਾ ਮਾਰਨਾ ਚੰਗਾ ਹੋ ਗਿਆ? ਇਹਨੇ ਤੇ ਮਿਰਗੇ ਮਾਰਿਆ, ਤੁਸੀਂ ਬੰਦਾ ਮਾਰਨ ਲੱਗੇ ਹੋਏ ਹੋ। ਮਿਰਗ ਬੰਦੇ ਤੋਂ ਵੀ ਕਿਤੇ ਚੰਗਾ ਹੋ ਗਿਆ। ਤੇ ਬਾਕੀ ਰਹੀ ਗੱਲ ਮਾਸ ਤੇ ਚਰਚਾ ਹੋ ਸਕਦੀ ਹੈ, ਕਿਹੜਾ ਮਾਸ ਚੰਗਾ ਹੈ, ਕਿਹੜਾ, ਉਹਦੀ ਵਿਚਾਰ ਹੋ ਸਕਦੀ ਹੈ। ਮਹਾਰਾਜ ਹੁਣ ਸਮਝਾ ਰਹੇ। ਪਹਿਲਾ ਮਾਸੋਂ ਨਿੰਮਿਆ ਮਾਸਾ ਅੰਦਰ ਵਾਸ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹ ਪੰਡਤੋ ਦੇਖੋ, ਪਹਿਲਾਂ ਮਾਸੋਂ ਨਿੰਮਿਆ। ਸਭ ਤੋਂ ਪਹਿਲਾਂ ਸ਼ੁਰੂਆਤੀ ਗੱਲ ਕਰੀਏ, ਮਾਂ ਕੀ ਰਖਤ ਪਿਤਾ ਬਿੰਦ ਧਾਰਾ। ਪਿਤਾ ਦੇ ਤੱਤਵ ਤੋਂ ਇਹ ਮਾਸ ਦੇ ਵਿੱਚੋਂ ਕਹਿ ਲਓ ਕਿ ਰਸ ਬਣਿਆ, ਫਿਰ ਨਿੰਮਣਾ ਮਾਂ ਦੇ ਉਦਰ ਵਿੱਚ ਰੱਖਿਆ ਗਿਆ। ਮਾਸਾ ਅੰਦਰ ਵਾਸ। ਤੇ ਫਿਰ ਛੋਟੀ ਜੀ ਬੂੰਦ ਜੀ ਮਾਸ ਦਾ ਇੱਕ ਕਹਿ ਲਓ ਇੱਕ ਰੂਪ ਸੀ ਉਹ। ਤੇ ਫਿਰ ਮਾਂ ਦੇ ਉਦਰ ਵਿੱਚ ਵਾਸ ਕਰ ਦਿੱਤਾ, ਦੂਜੀ ਅਵਸਥਾ, ਉਹ ਵੀ ਮਾਸ ਸੀ। ਜਿਉ ਪਾਏ ਮਾਸ ਮੋਹ ਮਿਲਿਆ। ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਫਿਰ ਥੋੜ੍ਹਾ ਜਿਹਾ ਵੱਡਾ ਹੋਇਆ, ਜਿਉਂ-ਜਿਉਂ ਸਰੀਰ ਦੀ ਬਣਤਰ ਜੀ ਬਣੀ, ਫਿਰ ਇਹਦੇ ਵਿੱਚ ਜੀਵ ਪਾ ਦਿੱਤਾ। ਜਿਉ ਪਾਏ ਮਾਸ ਮੋਹ ਮਿਲਿਆ। ਫਿਰ ਇਹਦੇ ਉੱਤੇ ਮਾਸ ਦਾ ਹੀ ਪਰਦਾ ਦੇ ਦਿੱਤਾ, ਜਿਹੜੀ ਬਾਲਕ ਦੇ ਆਲੇ ਦੁਆਲੇ ਮੂੰਹ ਦੇ ਉੱਤੇ ਇੱਕ ਪਰਦਾ ਜਿਹਾ ਹੁੰਦਾ ਮਾਂ ਦੇ ਉਦਰ ਦੇ ਵਿੱਚ, ਜਿਹਨੂੰ ਅਸੀਂ ਜੀਰ ਕਹਿ ਦਿੰਦੇ ਹਾਂ। ਜਿੰਨੇ ਵੀ ਅਸੀਂ ਜੀਰਜ ਤਰ੍ਹਾਂ ਦੇ ਹਾਂ ਨਾ, ਜੇਰ ਲਪੇਟੀ ਹੁੰਦੀ ਹੈ ਤਾਂ ਕਿ ਮਾਂ ਜੋ ਕੁਝ ਖਾਵੇ ਪੀਵੇ ਉਹ ਬੱਚੇ ਦੇ ਮੂੰਹ ਦੇ ਵਿੱਚ ਪਾਣੀ ਵਗੈਰਾ ਨਾ ਚਲਾ ਜਾਏ। ਉਹ ਥੈਲੀ ਹੁੰਦੀ ਜਿਹੜੀ ਜੀਰ ਦੀ, ਉਹਦੇ ਵਿੱਚ ਲਪੇਟਿਆ ਹੁੰਦਾ। ਮਹਾਰਾਜ ਕਹਿੰਦੇ ਉਹ ਵੀ ਮਾਸ ਦੀ ਬਣੀ ਹੁੰਦੀ ਹੈ। ਜਿਉ ਪਾਏ ਮਾਸ ਮੋਹ ਮਿਲਿਆ। ਹੱਡ ਚੰਮ ਤਨ ਮਾਸ। ਤੇਰੇ ਹੱਡ, ਤੇਰਾ ਚੰਮ, ਤੇਰਾ ਸਾਰਾ ਸਰੀਰ ਇਹ ਮਾਸ ਹੈ। ਹੱਡ ਜਿਹੜਾ ਪਿਤਾ ਦਾ ਹਿੱਸਾ ਹੈ, ਚੰਮ ਤਨ ਇਹ ਸਾਰਾ ਮਾਤਾ ਦਾ ਹਿੱਸਾ ਹੈ। ਮਹਾਰਾਜ ਕਹਿੰਦੇ ਸਭ ਮਾਸ ਇਹ ਤਾਂ ਹੈ, ਮਾਸ ਦਾ ਹੀ ਬਣਿਆ ਹੈ। ਮਾਸੋਂ ਬਾਹਰ ਕੱਢਿਆ।
ਥੋੜ੍ਹਾ ਜਿਹਾ ਵੱਡਾ ਹੋਇਆ, ਮਾਂ ਦਾ ਉਧਰ ਵਧਣਾ ਸ਼ੁਰੂ ਹੋਇਆ। 9-10 ਮਹੀਨੇ ਬੀਤ ਗਏ, ਫਿਰ ਮਾਸੋਂ ਬਾਹਰ ਕੱਢਿਆ, ਜਨਮ ਹੋ ਗਿਆ, ਬਾਹਰ ਆ ਗਿਆ ਦੁਨੀਆ ਦੇ ਵਿੱਚ। ਮਹਾਰਾਜ ਕਹਿੰਦੇ ਮੰਮਾ ਮਾਸ ਗਿਰਾਸ। ਫਿਰ ਮਾਤਾ ਦਾ ਅਸਥਨ ਸਭ ਤੋਂ ਪਹਿਲੇ ਪਿਆਰ ਲੱਗਾ ਥਣ ਦੁੱਧ। ਮਾਂ ਦਾ ਅਸਥਨ ਮੂੰਹ 'ਚ ਦਿੱਤਾ, ਉਹ ਵੀ ਤਾਂ ਮਾਸ ਦਾ ਹੀ ਸੀ, ਪਰ ਉਹਦੇ 'ਚ ਉਹਨੇ ਦੁੱਧ ਪੀਤਾ, ਮਾਸ ਨਹੀਂ ਖਾਧਾ। ਜੇ ਆਪਾਂ ਇੱਥੇ ਗੱਲ ਆਖੀਏ ਵੀ ਉਹ ਵੀ ਮਾਸ ਹੀ ਸੀ, ਫਿਰ ਉਹ ਮਾਸ ਖਾ ਲੈਂਦਾ ਬੱਚਾ, ਜੇ ਉਹੀ ਖੁਰਾਕ ਹੁੰਦੀ। ਉਹ ਤੋਂ ਦੁੱਧ ਪੀਤਾ ਮਾਂ ਬੱਚੇ ਨੇ। ਦੁੱਧ ਵੀ ਮਾਸ ਤੋਂ ਹੀ ਬਣਦਾ ਹੈ, ਪਰ ਮੈਂ ਦੱਸ ਦਿੱਤਾ ਵੀ ਅੱਗੇ ਦੀ ਅੱਗੇ ਚੀਜ਼ਾਂ ਹੁੰਦੀਆਂ। ਗਾਂ ਤੋਂ ਹੀ ਦੁੱਧ ਬਣਦਾ। ਕਈ ਉਦਾਹਰਨਾਂ ਇਹ ਦੇਣ ਲੱਗ ਜਾਂਦੇ ਜੀ ਮਾਸ ਤੋਂ ਹੀ ਤਾਂ ਦੁੱਧ ਬਣਦਾ, ਤੁਸੀਂ ਦੁੱਧ ਪੀ ਜਾਂਦੇ, ਮਾਸ ਖਾਂਦੇ ਨਹੀਂ। ਗਾਂ ਦਾ ਦੁੱਧ ਹੁੰਦਾ, ਉਹ ਫਿਰ ਗਾਂ ਤੋਂ ਹੀ ਉਹਦਾ ਪਿਸ਼ਾਬ ਬਣਦਾ, ਪਿਸ਼ਾਬ ਵੀ ਪੀ ਲਿਆ ਕਰੋ। ਫਿਰ ਜੇ ਇੱਡੀ ਉਹ ਗੱਲ ਹੈ, ਜਿਹੜੀ ਚੀਜ਼ ਮਹਾਰਾਜ ਨੇ ਸਾਨੂੰ ਖਾਣ ਲਈ ਆਖੀ ਉਹ ਸਾਡੇ ਲਈ ਪਵਿੱਤਰ ਹੈ। ਜਿਹੜੀ ਚੀਜ਼ ਮਾੜੀ ਹੈ, ਮੂਤ ਪਲੀਤੀ ਕੱਪੜ ਹੋਏ, ਮੈਲੀ ਹੈ, ਤੇ ਉਹ ਮੈਲੀ ਹੈ। ਇਸ ਲਈ ਥੋੜ੍ਹੇ ਅੰਤਰ ਨਾਲ ਇੱਕ ਅਵਸਥਾ ਤੋਂ ਦੂਜੀ ਅਵਸਥਾ ਦੇ ਵਿੱਚ ਉਹਨਾਂ ਚੀਜ਼ਾਂ ਦਾ ਭੇਦ ਹੋ ਜਾਂਦਾ ਹੈ। ਕੋਈ ਚੀਜ਼ ਨੂੰ ਆਖੀ ਜਾਏ ਵੀ ਪਾਣੀ ਤੋਂ ਹੀ ਸਭ ਕੁਝ ਬਣਿਆ, ਪਾਣੀ ਤੋਂ ਹੀ ਬਣਿਆ ਤੇ ਸਭ ਕੁਝ ਪਾਣੀ ਤੋਂ ਹੀ ਹੈ। ਫਿਰ ਤੇ ਜੇ ਮਾਸ ਖਾਣ ਦੀ ਗੱਲ ਕਰੀਏ, ਫਿਰ ਆ ਜਿਹੜੇ ਮਹਾਰਾਜ ਕਹਿ ਰਹੇ ਆ ਸਾਰਾ ਕੁਝ ਮਾਸ ਤੋਂ ਹੀ ਤਾਂ ਬਣਿਆ। ਪਰ ਕਹਿੰਦੇ ਜਦੋਂ ਬਾਹਰ ਜੰਮਿਆ ਤੇ ਮਾਤਾ ਦਾ ਅਸਥਨ ਮੂੰਹ ਦੇ ਵਿੱਚ ਦਿੱਤਾ, ਉਹ ਵੀ ਮਾਸ ਦਾ ਸੀ, ਉੱਥੋਂ ਤੂੰ ਦੁੱਧ ਚੁੰਗਿਆ, ਮਹਾਰਾਜ ਕਹਿੰਦੇ। ਇਸ ਲਈ ਮੰਮਾ ਮਾਸ ਗਿਰਾਸ, ਜੋ ਗਿਰਾਸ ਤੇਰੇ ਖੁਰਾਕ ਬਣਿਆ ਮਾਤਾ ਦਾ ਦੁੱਧ, ਉਹ ਵੀ ਮਾਸ ਦਾ ਹੀ ਹੈ। ਮੋਹ ਮਾਸੇ ਕਾ ਜੀਵ ਮਾਸੈ ਕੀ, ਮਾਸੈ ਅੰਦਰ ਸਾਸ। ਭਾਈ ਤੇਰਾ ਮੂੰਹ ਵੀ ਮਾਸ ਦਾ ਹੈ, ਮਾਸ ਦੀ ਤੇਰੀ ਜੀਭ ਵੀ ਮਾਸ ਦੀ ਹੈ, ਤੇਰਾ ਸਾਹ ਜਿਹੜੇ ਲੈਣਾ ਇਹ ਵੀ ਸਰੀਰ ਵੀ ਮਾਸ ਦਾ ਹੀ ਬਣਿਆ ਹੋਇਆ। ਮਾਸ ਦੇ ਵਿੱਚ ਇਹ ਸਾਹ ਆਉਂਦੇ ਸਾਰੇ। ਵੱਡਾ ਹੋਆ ਵਿਆਹਿਆ, ਘਰ ਲੈ ਆਇਆ ਮਾਸ। ਹੁਣ ਵੱਡਾ ਹੋ ਗਿਆ, ਵਿਆਹ ਹੋ ਗਿਆ, ਹੁਣ ਇੱਕ ਮਾਸ ਦਾ ਬਣਿਆ ਬਣਾਇਆ ਵੱਡਾ ਜਿਹਾ ਟੁਕੜਾ ਘਰ ਲੈ ਆਂਦਾ ਪਤਨੀ, ਉਹ ਵੀ ਮਾਸ ਦੀ ਹੈ। ਹੁਣ ਜੇ ਆਖੀਏ ਵੀ ਮਾਸ ਦੀ ਗੱਲ ਕੀਤੀ, ਫਿਰ ਖਾ ਲਿਆ ਕਰੀਏ ਆਪਾਂ। ਕੋਈ ਘਰ ਵਾਲੀ ਨੂੰ ਵੱਢ ਕੇ ਖਾਂਦਾ, ਮਾਰਦਾ, ਕੋਈ ਮਾਂ ਪਿਓ ਵੀ ਮਾਸ ਦੇ ਆਪਣੀ ਜੀਵ ਨੂੰ ਕੋਈ ਖਾਂਦਾ। ਜੇ ਆਖੀਏ ਵੀ ਮਾਸ ਖਾਣ ਦੀ ਮਹਾਰਾਜ ਨੇ ਆਗਿਆ ਦਿੱਤੀ। ਮਾਸ ਤਾਂ ਦੇਖੋ ਕਿੰਨੇ ਤਰ੍ਹਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ। ਦੱਸ ਰਿਹਾ ਵੀ ਮਾਸ ਦਾ ਕਿੱਡਾ ਵਰਤਾਵਾ ਹੈ ਸਾਡੇ ਅੰਦਰ। ਗੱਲ ਹੈ ਸਮਝਣ ਦੀ। ਮਹਾਰਾਜ ਕਹਿੰਦੇ ਵੱਡਾ ਹੋਆ ਵਿਆਹਿਆ, ਘਰ ਲੈ ਆਇਆ ਮਾਸ। ਮਾਸੋਂ ਹੀ ਮਾਸ ਉਪਜੈ, ਮਾਸੋ ਸਭੋ ਸਾਕ। ਮਾਸ ਤੋਂ ਘਰ ਵਾਲੀ ਤੋਂ ਅੱਗੇ ਫਿਰ ਜਿਹੜੇ ਬੱਚੇ ਜੰਮਦੇ ਉਹ ਵੀ ਮਾਸ ਦੇ ਬਣੇ ਹੁੰਦੇ ਆ, ਪੈਦਾ ਹੁੰਦੇ। ਮਾਸੋਂ ਸਭੋ ਸਾਕ, ਜਿੰਨੇ ਰਿਸ਼ਤੇ ਨਾਤੇ ਰਿਸ਼ਤੇਦਾਰ ਹੈ ਸਾਰੇ ਸਾਕ ਸੰਬੰਧੀ ਉਹ ਵੀ ਮਾਸ ਦੇ ਬਣੇ ਹੋਏ ਆ। ਮਾਸਾਹਾਰੀ ਜਿਹੜੇ ਦਲੀਲ ਦਿੰਦੇ ਆ ਵੀ ਮਾਸ ਦਾ ਹੀ ਵਰਤਾਵਾ। ਫਿਰ ਇੱਥੇ ਕਿੱਥੇ ਮਹਾਰਾਜ ਨੇ ਆਖਿਆ ਤਾਂ ਨਹੀਂ ਵੀ ਖਾ ਲਓ ਇਹਨਾਂ ਨੂੰ। ਘਰ ਵਾਲੀ ਮਾਸ ਦੀ ਹੈ, ਬੱਚੇ ਮਾਸ ਦੇ ਆ, ਰਿਸ਼ਤੇਦਾਰ ਹੈ। ਕਿਹੜਾ ਕੋਈ ਸੱਭਿਅਕ ਸਮਾਜ ਵਿੱਚ ਕਿਹੜਾ ਬੰਦਾ ਜਿਹੜਾ ਇਹਨਾਂ ਨੂੰ ਵੱਢ ਕੇ ਖਾਵੇ? ਕੋਈ ਆਦਮਖੋਰ ਬੰਦਿਆਂ ਨੂੰ ਖਾਂਦਾ ਹੋਵੇ ਤੇ ਉਹਨੂੰ ਵੀ ਗੁਰੂ ਜੀ ਨੇ ਚੰਗਾ ਨਹੀਂ ਆਖਿਆ। ਖੈਰ ਮਹਾਰਾਜ ਕਹਿੰਦੇ ਸਾਰੇ ਸਾਕ ਸੰਬੰਧੀ ਮਾਸ ਦੇ ਹਨ। ਸਤਿਗੁਰ ਮਿਲਿਆ ਹੁਕਮ ਬੁੱਝਿਆ। ਫਿਰ ਮਹਾਰਾਜ ਕੀ ਗੱਲ ਕੀ ਹੈ? ਮਹਾਰਾਜ ਕਹਿੰਦੇ ਅਸਲ ਜੀਵਨ ਦੀ ਇੱਦਾਂ ਸਮਝ ਨਹੀਂ ਪੈਣੀ। ਝਗੜਾ ਬੜਾ ਵੱਡਾ ਹੈ। ਸੋਝੀ ਤੇ ਗੁਰੂ ਨੂੰ ਮਿਲੋ, ਗੁਰੂ ਵਾਲੇ ਬਣੋ ਤੇ ਗੁਰੂ ਨੂੰ ਮਿਲ ਕੇ ਗੁਰੂ ਦੇ ਹੁਕਮ ਨੂੰ ਸਮਝੋ। ਗੁਰੂ ਕਹਿਣਾ ਕੀ ਚਾਹੁੰਦੇ ਆ। ਤਾਂ ਕੋ ਆਵੈ ਰਾਸ, ਤਾਂ ਫਿਰ ਕੋਈ ਗੁਰਮੁਖ, ਉਹ ਗੁਰਮੁਖ ਜਨ ਰਾਸ ਜੀਵਨ ਦੀ ਕਹਿ ਲਓ ਕਿ ਖੇਡ ਨੂੰ ਰਾਸ ਕਰ ਜਾਂਦੇ ਆ, ਜਾਂ ਉਹਨਾਂ ਨੂੰ ਗੁਰਮੁਖਾਂ ਨੂੰ ਨਾਮ ਦੀ ਰਾਸ ਜਾਣੀ ਪੂੰਜੀ ਮਿਲਦੀ ਹੈ। ਉਹਨਾਂ ਦਾ ਜੀਵਨ ਦੇ ਵਿੱਚ ਨਾਮ ਦਾ ਰਾਸ ਆ ਜਾਂਦਾ ਹੈ, ਜਿਹੜਾ ਗੁਰੂ ਨੂੰ ਮਿਲ ਕੇ ਗੁਰੂ ਦੇ ਹੁਕਮ ਨੂੰ ਬੁੱਝਦਾ ਹੈ। ਹੁਕਮ ਬੁੱਝਣਾ ਹੁੰਦਾ ਹੈ। ਆਪ ਛੁੱਟੇ ਨਹੀਂ ਛੁੱਟੀ ਹੈ। ਕੋਈ ਆਪਣੇ ਆਪ ਅੰਦਾਜ਼ੇ ਲਾਈ ਜਾਏ ਫਿਰ ਛੁਟਕਾਰਾ ਨਹੀਂ ਹੋਣਾ। ਆਪ ਛੁੱਟੇ ਨਹੀਂ ਛੁੱਟੀ ਹੈ, ਨਾਨਕ ਬਚਨ ਵਿਨਾਸ਼। ਇਹ ਪੰਡਿਤ ਨਾਨੂੰ ਆਪਣੇ ਆਪ ਛੁਟਕਾਰਾ ਸਮਝੇ ਵੀ ਮੈਂ ਛੁਟਕਾਰਾ ਪਾ ਲਵਾਂ, ਮੈਂ ਬੜਾ ਸਿਆਣਾ ਹਾਂ,
ਕਹਿੰਦਾ ਮਹਾਰਾਜ ਕਹਿੰਦੇ ਪੰਡਤ ਨਾਨਕ ਬਚਨ ਵਿਨਾਸ਼, ਇੱਦਾਂ ਦੀਆਂ ਆਪਣੇ ਆਪੇ ਦੀਆਂ ਆਪਣੇ ਹਉਮੈ ਦੀਆਂ ਗੱਲਾਂ ਕਰਨੀਆਂ, ਇੱਦਾਂ ਦੇ ਵਚਨ ਕਰਨੇ ਵਿਨਾਸ਼। ਮਹਾਰਾਜ ਕਹਿੰਦੇ ਵਿਨਾਸ਼ ਕਰਨ ਵਾਲੀਆਂ, ਵਿਸ਼ੇਸ਼ ਕਰਕੇ ਨਾਸ਼, ਜਨਮਾਂ ਜਨਮਾਂਤਰਾਂ ਦਾ ਨਾਸ਼ ਹੋਣ ਵਾਲਾ ਹੈ। ਹਉਮੈ ਦੇ ਸਹਿਤ ਪਤਾ ਨਹੀਂ ਕਿੰਨੇ ਕੁ ਜਨਮ ਤੂੰ ਬਤੀਤ ਕਰ ਲਏ, ਇਹ ਵੀ ਇੱਦਾਂ ਹੀ ਲੰਘ ਜਾਏਗਾ। ਮਹੱਲਾ ਪਹਿਲਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਆਪਣੀ ਗੱਲ ਨੂੰ ਅੱਗੇ ਹੋਰ ਆਰੰਭ ਕਰਦਿਆਂ ਆਖਿਆ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਮਹਾਰਾਜ ਕਹਿੰਦੇ ਆ ਦੇਖੋ, ਮਾਸ ਮਾਸ ਕਰਕੇ ਝਗੜ ਪਏ ਮੂਰਖੋ। ਮਾਸ ਹੈ ਇਹਦੇ ਵਿੱਚ, ਵੇਖੋ ਤੇ ਸਹੀ, ਇਹਦੇ ਵਿੱਚ ਮਾਸ ਥੋੜ੍ਹਾ ਹੈ, ਇਹਦੇ ਵਿੱਚ ਤੇ ਖੀਰ ਹੈ। ਜਦੋਂ ਵੇਖਿਆ ਤੇ ਸਾਰੀਆਂ ਸਾਖੀਆਂ 'ਚ ਲਿਖਿਆ ਖੀਰ ਸੀ ਉੱਥੇ। ਪਰ ਗਿਆਨ ਨੂੰ ਨਹੀਂ ਜਾਣਦੇ, ਧਿਆਨ ਨੂੰ ਨਹੀਂ ਜਾਣਦੇ। ਨਿਰਗੁਣ ਦਾ ਗਿਆਨ ਤੇ ਸਰਗੁਣ ਦਾ ਧਿਆਨ ਤੁਹਾਨੂੰ ਬਿਲਕੁਲ ਨਹੀਂ। ਮਾਸ ਦਾ ਝਗੜਾ ਪਾਈ ਜਾਂਦੇ। ਸਾਡੇ ਵਿੱਚ ਵੀ ਇਹੀ ਅੱਜ ਕੱਲ੍ਹ ਇਹ ਝਗੜਾ ਸਾਡੇ 'ਚ ਸੁੱਟ ਲਿਆ ਹੁਣ ਲਿਆ ਕੇ। ਕੁਝ ਕਹਿੰਦੇ ਖਾ ਲਓ, ਕੁਝ ਕਹਿੰਦੇ ਨਹੀਂ ਖਾ ਲਓ। ਪਰ ਮੈਂ ਨਹੀਂ ਕਹਿੰਦਾ ਤੁਹਾਨੂੰ ਖਾਓ ਜਾਂ ਨਾ ਖਾਓ। ਜਦੋਂ ਗੁਰਬਾਣੀ ਪੜ੍ਹੋਗੇ ਤੁਹਾਨੂੰ ਆਪੇ ਪਤਾ ਲੱਗ ਜਾਊ। ਗੁਰਬਾਣੀ ਦੇ ਵਿੱਚ ਤੇ ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ ਲਿਖਿਆ। ਪਾਵਨ ਬਾਣੀ ਨੂੰ ਜਦੋਂ ਪੜ੍ਹਦੇ ਹਾਂ ਉਹਦੇ ਵਿੱਚ ਤੇ ਐਸਾ ਤੇ ਲਿਖਿਆ, ਕਬੀਰ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੋਣ, ਹੇਰਾ ਰੋਟੀ ਕਾਰਣੇ ਗਲਾ ਕਟਾਵੇ ਕੌਣ। ਬਹੁਤ ਸਾਰੀਆਂ ਇੱਦਾਂ ਦੀਆਂ ਉਦਾਹਰਨਾਂ ਮਿਲ ਜਾਣਗੀਆਂ। ਪਰ ਜੇ ਤੁਹਾਨੂੰ ਮੰਨ ਲਓ ਕੋਈ ਗੱਲ ਆਪਾਂ ਆਪਣੇ ਤੌਰ 'ਤੇ ਕਹਾਂਗੇ ਉਹ ਲੱਗ ਸਕਦੀ ਹੈ, ਪਰ ਸਿੱਖ ਨੂੰ ਆਪਣੇ ਗੁਰੂ ਦੀ ਗੱਲ ਨਹੀਂ ਲੱਗਦੀ ਹੁੰਦੀ। ਜਿਹੜਾ ਸਿੱਖ ਹੁੰਦਾ ਬਾਣੀ ਪੜ੍ਹੋਗੇ ਜਦੋਂ ਗੁਰੂ ਮਹਾਰਾਜ ਦੀ ਬਾਣੀ ਨੂੰ ਜਦੋਂ ਸਹੀ ਤਰੀਕੇ ਨਾਲ ਸਮਝੋਗੇ, ਪੜ੍ਹੋਗੇ, ਆਪਣੇ ਆਪ ਗੁਰਬਾਣੀ ਤੁਹਾਨੂੰ ਚਾਨਣ ਦੇ ਦੇਵੇਗੀ। ਅਤੇ ਫਿਰ ਸਤੋਗੁਣੀ ਜਿਉਂ-ਜਿਉਂ ਬਣੀ ਜਾਏਗੀ, ਉੱਤੇ ਨੂੰ ਅਵਸਥਾ ਚਲੀ ਜਾਏਗੀ, ਉਦੋਂ ਇਹ ਚੀਜ਼ ਨੂੰ ਛੱਡ ਦਿੱਤਾ ਜਾਏਗਾ। ਕਈ ਬੰਦੇ ਇਹ ਵੀ ਉਦਾਹਰਨਾਂ ਦਿੰਦੇ ਆ ਜੀ, ਸਿੰਘ ਪੁਰਾਣੇ ਟਾਈਮਾਂ ਵਿੱਚ ਇਹ ਚੀਜ਼ਾਂ ਵਰਤਦੇ ਰਹੇ ਆ। ਇਸ ਗੱਲ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ, ਸੱਚੀ ਗੱਲ ਹੈ। ਸਿੰਘ ਵਰਤਦੇ ਵੀ ਰਹੇ ਆ, ਪਰ ਸਿੰਘ ਉਦੋਂ ਵਰਤਦੇ ਰਹੇ ਹਨ ਜਿਸ ਵੇਲੇ ਕਦੇ ਹੋਰ ਕੋਈ ਚੀਜ਼ ਖਾਣ ਨੂੰ ਨਾ ਮਿਲਦੀ ਸੀ। ਜੰਗ ਯੁੱਧ ਕਰਨੇ ਸੀ, ਭੁੱਖੇ ਮਰਨ ਨਾਲੋਂ ਉਹਨਾਂ ਦਾ ਜਿਉਂਦੇ ਰਹਿ ਕੇ ਦੁਸ਼ਮਣ ਦੇ ਨਾਲ ਲੜਨਾ ਅਤੀ ਜ਼ਰੂਰੀ ਸੀ। ਉੱਥੇ ਜਿਸ ਸਿਧਾਂਤ ਦੇ ਲਈ ਗੁਰੂ ਨਾਨਕ ਦੇਵ ਤੋਂ ਗੁਰੂ ਅਰਜਨ ਦੇਵ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੱਕ 10 ਜਾਮਿਆਂ ਨੇ ਅਵਤਾਰ ਧਾਰਿਆ, ਉਹ ਸਿਧਾਂਤ ਦੀ ਗੱਲ ਸੀ। ਪਹਿਰਾ ਦੇਣਾ ਸੀ, ਜਾਂ ਤਾਂ ਉੱਥੇ ਬੱਕਰੇ ਬਚਾ ਲੈਂਦੇ ਜਾਂ ਫਿਰ ਉੱਥੇ ਸਿਧਾਂਤ ਬਚਾ ਲੈਂਦੇ। ਉਹਨਾਂ ਫਿਰ ਆਪਣੀ ਜਾਨ ਵੀ ਨਾ ਬਚਾਈ, ਆਪਣੀ ਜਾਨ ਵੀ ਦਾਅ 'ਤੇ ਲਾਈ ਅਤੇ ਉੱਥੇ ਮਾਸ ਵਰਤਿਆ ਵੀ ਹੈ। ਐਸੀ ਕਦੇ ਸਿੰਘੋ ਸਥਿਤੀ ਆ ਬਣੀ ਨਾ ਤੁਹਾਡੇ ਉੱਤੇ, ਕੌਮ ਦੇ ਲਈ, ਪੰਥ ਦੇ ਲਈ ਮਰਨਾ ਪੈ ਜਾਏ ਅਤੇ ਭੁੱਖੇ ਮਰੋ, ਅਤੇ ਤੁਹਾਨੂੰ ਉੱਥੇ ਬਚਣ ਦੇ ਲਈ ਕੋਈ ਝਟਕਾ ਝੁਟਕਾ ਕਰਨਾ ਪਏ ਜੇ ਕਰ ਲਿਓ। ਪਰ ਘਰੇ 36 ਪ੍ਰਕਾਰ ਦੇ ਭੋਜਨ ਨੇ, ਕਈ ਬਹੁਤ ਕੁਝ ਹੈ, ਉਹਨੂੰ ਛੱਡ ਕੇ ਜੀਭ ਦੇ ਚਸਕੇ ਦੇ ਲਈ ਵੀ ਹੁਣ ਮੁਰਗਾ ਮਾਰ ਲਵਾਂ, ਹੁਣ ਬੱਕਰਾ ਮਾਰ ਲਵਾਂ, ਇਹ ਤਾਂ ਮਾੜੀ ਗੱਲ ਹੈ। ਫਿਰ ਉਹ ਵੀ ਜੀ ਹੈ, ਕਿਉਂਕਿ ਬਾਣੀ ਨੇ ਆਖਿਆ ਜੀ ਬੱਧੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਜੇ ਤੁਸੀਂ ਜੀਵਾਂ ਨੂੰ ਮਾਰਨ ਵਾਲੇ ਹੀ ਧਰਮੀ ਹੋ ਤੇ ਫਿਰ ਅਧਰਮੀ ਕਿਹਨੂੰ ਕਹੋਗੇ? ਫਿਰ ਇਹ ਦੱਸੋ। ਜਿਹੜਾ ਜੀਵਾਂ ਨੂੰ ਬਚਾਉਂਦਾ ਫਿਰ ਉਹਨੂੰ ਕਸਾਈ ਕਿਹਾ ਕਰੋਗੇ ਵੀ ਆਹ ਕਸਾਈ ਹੈ, ਵੀ ਬੰਦਾ ਇਹ ਜੀਵਾਂ ਨੂੰ ਬਚਾਉਂਦਾ, ਇਹ ਧਰਮਾਤਮਾ ਹੈ ਬਈ, ਇਹ ਤੇ ਮਿੰਟ ਲਾਉਂਦਾ। ਇਸ ਲਈ ਇਹਨਾਂ ਚੀਜ਼ਾਂ ਨੂੰ ਇਤਿਹਾਸ ਦੇ ਉਹ ਪੱਖ ਵੀ ਗਲਤ ਨਹੀਂ ਹੈ, ਉਹ ਪੰਨੇ ਇਤਿਹਾਸ ਦੇ ਉਹ ਵੀ ਨਹੀਂ ਵੀ ਮਾੜੇ ਆ, ਉਹ ਵੀ ਉਸ ਸਮੇਂ ਉਹਨਾਂ ਵਰਤਿਆ। ਹੁਣ ਜਦੋਂ ਇਸ ਦੀਨ ਇਸਲਾਮ ਦੇ ਵੱਡੇ ਵਿਦਵਾਨ, ਮੈਂ ਇੱਕ ਮੁਫਤੀ, ਮੌਲਵੀ, ਹਾਫਿਜ਼, ਕਈ ਸਾਰਿਆਂ ਤੋਂ ਇਹ ਗੱਲ ਪੁੱਛੀ। ਉਹ ਕਹਿੰਦੇ ਜੀ ਗੱਲ ਇਹ ਹੈ ਵੀ ਸਾਡੇ ਅੰਦਰ ਜਿਹੜਾ ਸੂਅਰ ਦਾ ਨਾਂ ਵੀ ਨਹੀਂ ਲੈਂਦੇ ਆਮ ਤੌਰ 'ਤੇ, ਸੂਅਰ ਜਣੀ ਮਾੜਾ ਮੰਨਿਆ, ਪਰ ਸੂਅਰ ਦਾ ਨਾਂ ਵੀ ਲੈਣਾ ਪਸੰਦ ਨਹੀਂ ਕਰਦੇ। ਸੂਅਰ ਉੱਦਾਂ ਵੀ ਘਰਾਂ 'ਚ ਮੁਸਲਮਾਨ ਲੋਕ ਨਹੀਂ ਰੱਖਦੇ, ਵਰਤਦੇ ਨਹੀਂ, ਗੰਦਾ ਮੰਨਿਆ। ਪਰ ਜੇ ਮਰਦਾ ਹੋਵੇ ਬੰਦਾ ਭੁੱਖਾ, ਬਿਲਕੁਲ ਕੁਝ ਖਾਣ ਨੂੰ ਨਾ ਹੋਵੇ, ਐਸੀ ਸਥਿਤੀ ਦੇ ਵਿੱਚ
ਜੇ ਉਹਨਾਂ ਨੂੰ ਹੋਰ ਕੁਝ ਨਾ ਮਿਲੇ ਤੇ ਸੂਅਰ ਦਾ ਮਾਸ ਮਿਲ ਜਾਏ ਬਈ ਫੇਰ ਕਹਿੰਦੇ ਉੱਥੇ ਜਾ ਕੇ ਜਿਉਂਦੇ ਰਹਿਣ ਲਈ ਉਹਨੂੰ ਥੋੜ੍ਹਾ ਜਿਹਾ ਵਰਤ ਲੈਂਦੇ ਆ, ਵਰਤ ਲੈਣਾ ਚਾਹੀਦਾ। ਇੰਨੀ ਕੁ ਗੁੰਜਾਇਸ਼ ਹੈ ਵੀ ਕਿੰਨਾ ਕੁ ਬਈ, ਕਹਿੰਦੇ ਉੱਥੇ ਵੀ ਇੰਨੀ ਕੁ ਗੁੰਜਾਇਸ਼ ਹੈ ਵੀ ਜਿਉਂਦੇ ਰਹਿ ਜਾਈਏ ਤੇ ਪਤਾ ਹੋਵੇ ਫਲਾਣੀ ਜਗ੍ਹਾ ਤੇ ਕੁਝ ਮਿਲ ਜੂ, ਉੱਥੇ ਤੱਕ ਜੀਵਨ ਜਿਉਂਦੇ ਰਹਿਣ ਦੇ ਲਈ ਵਰਤਿਆ ਜਾ ਸਕਦਾ ਹੈ, ਇਉਂ ਨਹੀਂ ਵੀ ਢਿੱਡ ਭਰਨ ਦੇ ਲਈ। ਅੱਜ ਕੱਲ੍ਹ ਤੇ ਅਸੀਂ ਸਾਧ ਸੰਗਤ ਜੀ ਤਰ੍ਹਾਂ ਤਰ੍ਹਾਂ ਦੇ ਭੋਜਨ ਨੇ, ਪਦਾਰਥ ਨੇ, ਢਿੱਡ ਪਹਿਲਾਂ ਹੀ ਭਰਿਆ ਹੁੰਦਾ ਹੈ ਤੇ ਫਿਰ ਖਾ ਖਾ ਕੇ ਮੁਰਗੇ ਹੱਡੀਆਂ ਇੰਨੀਆਂ ਸੁੱਟੀਆਂ ਪਈਆਂ ਹੁੰਦੀਆਂ, ਢਿੱਡ ਨਾ ਹੋ ਗਿਆ ਤੇਰਾ ਸ਼ਮਸ਼ਾਨ ਘਾਟ ਹੋ ਗਿਆ, ਕਿੱਦਾਂ ਦਾ ਬਣਾਇਆ ਫਿਰਦਾ ਤੂੰ। ਜੇ ਇੱਦਾਂ ਦਲੀਲਾਂ ਦੇਣੀਆਂ ਉਹ ਗਲਤ ਗੱਲ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਇਹ ਹੈ, ਜੇ ਕੋਈ ਬੰਦਾ ਇਸ ਸਾਖੀ ਤੇ ਕਿੰਤੂ ਕਰੇ ਵੀ ਇੱਥੇ ਮਿਰਗ ਰਾਜੇ ਨੇ ਲਿਆ ਕੇ ਰੱਖਿਆ, ਪਹਿਲੀ ਗੱਲ ਤਾਂ ਇਹ ਮਹਾਰਾਜ ਨੇ ਨਹੀਂ ਆਖਿਆ ਜਾਂ ਮਾਰ ਲਿਆ ਮਿਰਗੋਂ। ਦੂਜੀ ਗੱਲ ਇਹ ਵੀ ਹੈ ਵੀ ਜਿਹੜਾ ਗੁਰੂ ਜੀ ਨੇ ਉਪਦੇਸ਼ ਦਿੱਤਾ ਉਹ ਤੇ ਅਮਲ ਕਰਨਾ, ਜਾਂ ਗੁਰੂ ਜੀ ਨੇ ਜੋ ਕੁਝ ਕੀਤਾ ਉਹ ਤੇ ਅਮਲ ਕਰੋਗੇ ਤੁਸੀਂ। ਬਾਣੀ ਪੜ੍ਹ ਲਓ, ਦੱਖਣੀ ਓਂਕਾਰ ਉਹਦੇ ਵਿੱਚ ਮਹਾਰਾਜ ਨੇ ਆਖਿਆ ਹੈ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਨੇ ਆਖਿਆ ਉਹ ਕੰਮ ਕਰੋ, ਜੋ ਗੁਰੂ ਨੇ ਕੀਤਾ ਉਹ ਤੁਸੀਂ ਨਹੀਂ ਕਰ ਸਕਦੇ। ਉਦਾਹਰਨਾਂ ਮੈਂ 2-3 ਦੇ ਦੇਵਾਂ। ਗੁਰੂ ਨਾਨਕ ਦੇਵ ਜੀ ਮੱਕੇ ਗਏ, ਮੱਕੇ ਵੱਲ ਪੈਰ ਕੀਤੇ, ਜਾਂ ਕਹਿ ਲਓ ਮਸਜਿਦ ਵੱਲ ਪੈਰ ਕਰਕੇ ਲੇਟ ਗਏ। ਫਿਰ ਉੱਥੇ ਮੱਕਾ ਕਾਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਪੈਰ ਫੜ ਕੇ ਦੂਜੇ ਪਾਸੇ ਕਰਨਾ ਚਾਹਿਆ। ਫਿਰ ਉੱਥੇ ਭਾਈ ਗੁਰਦਾਸ ਜੀ ਕਹਿੰਦੇ ਫਿਰਿਆ ਮੱਕਾ ਕਲਾ ਦਿਖਾਰੀ। ਗੁਰੂ ਨਾਨਕ ਤੋਂ ਬਾਅਦ ਕਦੇ ਕੋਈ ਸਿੱਖ ਐਸਾ ਹੋਇਆ ਜਿਹੜਾ ਮੁੜ ਕੇ ਵੀ ਮੈਂ ਵੀ ਗੁਰੂ ਨਾਨਕ ਦੇਵ ਜੀ ਵੀ ਮਸਜਿਦ ਵੱਲ ਨੂੰ ਪੈਰ ਕਰਕੇ ਸੁੱਤੇ ਸੀ, ਮੈਂ ਵੀ ਉੱਧਰ ਨੂੰ ਪੈਰ ਕਰਕੇ ਸੋਇਆ ਕਰਾਂਗਾ? ਕਦੇ ਕੋਈ ਨਹੀਂ ਕਰਦਾ ਇੱਦਾਂ। ਅਸੀਂ ਸਿਧਾਂਤ ਲੈਂਦੇ ਹਾਂ ਉੱਥੇ ਗੁਰੂ ਜੀ ਨੇ ਆਖਿਆ ਪ੍ਰਮਾਤਮਾ ਹਰ ਜਗ੍ਹਾ ਵਿਆਪਕ ਹੈ। ਕੋਈ ਸਿੱਖ ਹੁਣ ਜਾ ਕੇ ਮਸਜਿਦ ਦੇ ਵਿੱਚ ਪੈਰ ਵੱਲ ਨੂੰ ਪੈਰ ਕਰਕੇ ਨਹੀਂ ਸੌਂਦਾ। ਕਿਉਂ? ਕਿਉਂਕਿ ਉਹ ਖੇਲ ਸੀ ਸਮਝਾਉਣ ਦੀ। ਦੂਜੀ ਉਦਾਹਰਣ, ਗੁਰੂ ਨਾਨਕ ਦੇਵ ਮਹਾਰਾਜ ਜੀ ਹਰਿਦੁਆਰ ਚਲੇ ਗਏ, ਉੱਥੇ ਲੋਕ ਜਾ ਕੇ ਪਾਣੀ ਦੇਣ ਲੱਗ ਪਏ ਸਾਧ ਸੰਗਤ ਜੀ ਸੂਰਜ ਵੱਲ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਣੀ ਦੀਆਂ ਚੁੱਲੀਆਂ ਭਰ ਕੇ ਸੁੱਟੀਆਂ ਬਾਹਰ ਨੂੰ, ਬਾਹਰਲੇ ਪਾਸੇ ਨੂੰ। ਤੇ ਉਸ ਵਕਤ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਪੰਡਿਤ ਆਏ, ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਜੀ ਤੁਸੀਂ ਪਾਣੀ ਇੱਧਰ ਨੂੰ ਕਿਉਂ ਸਿੱਟਦੇ? ਤੇ ਉੱਥੇ ਮਹਾਰਾਜ ਨੇ ਆਖਿਆ ਤੁਹਾਡਾ ਪਾਣੀ ਕਿਹੜਾ ਸੂਰਜ ਵੱਲ ਜਾ ਰਿਹਾ ਹੈ। ਉੱਥੇ ਅਸੀਂ ਆਏ ਸਿਧਾਂਤ ਇਹ ਲੈਂਦੇ ਹਾਂ ਕਿ ਮਹਾਰਾਜ ਨੇ ਆਖਿਆ ਵੀ ਤੁਹਾਡਾ ਇੱਦਾਂ ਕੀਤਾ ਪਾਣੀ ਸੂਰਜ ਵੱਲ ਨਹੀਂ ਪਹੁੰਚਦਾ। ਅੱਜ ਕਿਹੜਾ ਕੋਈ ਸਿੱਖ ਹੈ ਉਹ ਸਾਖੀ ਨੂੰ ਲੈ ਕੇ ਵੀ ਮੈਂ ਵੀ ਜਾਊਂਗਾ ਜੀ ਹਰਿਦੁਆਰ ਪਾਣੀ ਬਾਹਰ ਨੂੰ ਸਿੱਟੂੰਗਾ ਜਾ ਕੇ? ਕਿਹੜਾ ਕਰਦਾ? ਕੋਈ ਵੀ ਨਹੀਂ, ਕਦੇ ਵੀ ਨਹੀਂ ਕਰਦਾ। ਅਸੀਂ ਸਿਧਾਂਤ ਲੈਂਦੇ ਹਾਂ। ਜਦ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਬਾਜਾਂ ਵਾਲੇ ਪਾਤਸ਼ਾਹ ਜੀ ਨੇ ਇਸੇ ਸਥਾਨ ਦੇ ਉੱਤੇ 5 ਸਿੱਖਾਂ ਦੇ ਸਿਰ ਮੰਗੇ। ਫਿਰ ਸਿਰ ਲਏ ਵੀ। ਸਿਰ ਲੈਣ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕੇ ਖੰਡੇ ਵਾਟੇ ਦਾ ਰਹਿਤ ਵਹਿ ਦਿੱਤੀ। ਹੁਣ ਵੀ ਅੰਮ੍ਰਿਤ ਸੰਚਾਰ ਹੁੰਦਾ, ਪਰ ਹੁਣ ਅੰਮ੍ਰਿਤ ਦੀ ਰਹਿਤ ਕਰਾਈ ਜਾਂਦੀ। ਹੁਣ ਕਿਤੇ ਵੀ ਖਾਲਸੇ ਪੰਥ ਵਿੱਚ ਕੋਈ ਐਸਾ ਗੁਰਸਿੱਖ ਨਹੀਂ ਕਿਰਪਾਨ ਕੱਢ ਕੇ ਬਾਹਰ ਖੜ੍ਹਦਾ ਅਤੇ ਬਾਹਰ ਸੰਗਤ ਨੂੰ ਕਹਿੰਦਾ ਲਿਆਓ ਵੀ ਇੱਕ ਸਿਰ ਇੱਧਰ ਨੂੰ ਲਿਆਓ। ਇੱਦਾਂ ਥੋੜ੍ਹਾ ਕਰਦਾ ਕੋਈ। ਉਦੋਂ ਬਾਅਦ ਕਦੇ ਵੀ ਨਹੀਂ ਹੋਇਆ। ਇੱਕ ਵਾਰ ਗੁਰੂ ਕਲਗੀਧਰ ਮਹਾਰਾਜ ਨੇ ਕੀਤਾ, ਉਦੋਂ ਬਾਅਦ ਸਿਧਾਂਤ ਦੇ ਦਿੱਤਾ ਵੀ ਇਉਂ ਅੰਮ੍ਰਿਤ ਛਕਾਓ। ਸਿੰਘ ਸੱਜ ਕੇ ਖਾਲਸਾ ਪੰਥ ਉੱਦਾਂ ਹੀ ਹੋ ਰਿਹਾ। ਇਸ ਲਈ ਗੁਰੂ ਨੇ ਜੋ ਕੁਝ ਕੀਤਾ ਹੈ, ਗੁਰੂ ਅੱਗੇ ਸਿਰੇ ਝੁਕਦਾ ਸਾਡਾ। ਗੁਰੂ ਸਾਹਿਬ ਦੀ ਕਿਰਿਆ ਤੇ ਕੋਈ ਕਿੰਤੂ ਨਹੀਂ। ਪਰ ਸਿੱਖ ਇਹ ਨਹੀਂ ਕਿ ਜੋ ਗੁਰੂ ਜੀ ਨੇ ਕੀਤਾ ਉੱਠ ਕੇ ਕਰਨ ਲੱਗ ਜਾਏਗਾ। ਜੋ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਹੈ, ਗੁਰੂ ਨੇ ਉਹ 'ਤੇ ਅਮਲ ਕਰਨਾ, ਉਹ 'ਤੇ ਪਹਿਰਾ ਦੇਣਾ। ਉਹਦੇ ਅਨੁਸਾਰ ਸਿੱਖ ਦੇ ਜੀਵਨ ਦੀ ਸਫਲਤਾ ਹੈ ਭਾਈ, ਇਹ ਗੱਲ ਜਾਣੋ। ਹੁਣ ਮਹਾਰਾਜ ਇੱਥੇ ਉਹੀ ਗੱਲ ਕਹਿ ਰਹੇ, ਕਹਿੰਦੇ ਅਸਲ ਗੱਲ ਤਾਂ ਸੀ ਗਿਆਨ ਹਾਸਲ ਕਰਨ ਦੀ, ਆਤਮਿਕ ਗਿਆਨ, ਧਿਆਨ, ਪਰਮਾਤਮਾ ਦਾ ਧਿਆਨ। ਪਰ ਮਹਾਰਾਜ ਕਹਿੰਦੇ ਨਾ ਗਿਆਨ ਨਾ ਧਿਆਨ, ਕੁਛ ਨਹੀਂ। ਨਾ ਸਿਮਰਨ ਹੈ, ਸਿਮਰਨ ਤੋਂ ਤਾਂ ਮੁਨਕਰੇ ਹੋ ਗਏ ਨਾ। ਗਿਆਨ ਦੀ ਵੀ ਗੱਲ ਨਹੀਂ ਕੋਈ ਰੱਬੀ, ਜਿਹੜਾ ਧਰਮ ਦਾ ਸਹੀ ਗਿਆਨ ਹੈ ਉਹਦੀ ਵੀ ਨਹੀਂ। ਮਹਾਰਾਜ ਕਹਿੰਦੇ ਫਿਰ ਝਗੜਾ ਕਾਹਦਾ ਪਾ ਕੇ ਬਹਿ ਗਏ? ਮਾਸ ਦਾ ਪਾ ਕੇ ਬਹਿ ਗਏ। ਫਿਰ ਕੌਣ ਨੇ? ਮਹਾਰਾਜ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ। ਮੂਰਖ ਹੈ ਪੰਡਤੋ, ਮਾਸ ਮਾਸ ਕਹਿ ਕੇ ਝਗੜਾ ਪਾਈ ਜਾਂਦੇ। ਗਿਆਨ ਧਿਆਨ ਨਹੀਂ ਜਾਣੈ, ਗਿਆਨ ਨਹੀਂ ਧਿਆਨ ਨਹੀਂ, ਕੁਛ ਨਹੀਂ ਸਮਝ।
ਕੌਣ ਮਾਸ ਕੌਣ ਸਾਗ ਕਹਾਵੈ ਕਿਸ ਮੈਂ ਪਾਪ ਸਮਾਣੇ। ਤੁਹਾਨੂੰ ਕੁਛ ਨਹੀਂ ਪਤਾ ਕਿਹੜੇ ਕੰਮ ਵਿੱਚ ਪਾਪ ਹੈ ਕਿਹੜੇ ਵਿੱਚ ਪੁੰਨ ਹੈ। ਬਸ ਜੋ ਆਪਣੇ ਮਨ ਦੀ ਮਿੱਥ ਮੰਨ ਲਈ ਉਸੇ ਉੱਤੇ ਹੀ ਖੜ ਗਏ। ਨਾ ਮਾਸ ਦਾ ਪਤਾ ਨਾ ਸਾਗ ਦਾ ਪਤਾ। ਇਹ ਨਹੀਂ ਪਤਾ ਕਿ ਸਾਗ ਦਾ ਕੀ ਫਾਇਦਾ ਹੈ, ਇਹ ਨਹੀਂ ਪਤਾ ਪਾਪ ਦਾ ਕੀ ਇਹਦਾ ਮਾਸ ਦਾ ਕੀ ਨੁਕਸਾਨ ਹੈ। ਮਹਾਰਾਜ ਕਹਿੰਦੇ ਬਿਨਾਂ ਮਤਲਬ ਤੋਂ ਹੀ ਝਗੜਾ ਪਾ ਕੇ ਬਹਿ ਗਏ। ਇੰਨੀ ਵੀ ਸੋਝੀ ਨਹੀਂ ਪਾਪ ਕਿਸ ਕੰਮ ਦਾ ਹੈ। ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ। ਮਹਾਰਾਜ ਕਹਿੰਦੇ ਜੇ ਕੋਈ ਗੱਲ ਕਹਿ ਦਈਏ ਤੇ ਫਿਰ ਅੱਗੋਂ ਉਦਾਹਰਨਾਂ ਦੇਣ ਲੱਗ ਜਾਣਗੇ। ਅਖੇ ਜੀ ਦੇਵਤਿਆਂ ਨੇ ਗੈਂਡੇ ਮਾਰ ਮਾਰ ਕੇ ਹਵਨ ਕੀਤੇ, ਜਗ ਕੀਤੇ ਗੈਂਡਿਆਂ ਨੂੰ ਮਾਰ ਮਾਰ ਕੇ। ਉਹ ਫਿਰ ਦੇਵਤੇ ਜੇ ਤੁਸੀਂ ਪੜ੍ਹਨ ਲੱਗ ਜਾਓ ਇਹਨਾਂ ਦੇ ਜਿਹੜਾ ਰਿਗਵੇਦ ਪੜ੍ਹੋ ਸਨਾਤਨ ਮਤ ਦਾ, ਇਹਨਾਂ ਗ੍ਰੰਥਾਂ ਦੇ ਵਿੱਚੋਂ ਤੇ ਫਿਰ ਗਊਮੇਦ ਜੱਗ ਵੀ ਆਉਂਦਾ। ਗਊਆਂ ਨੂੰ ਮਾਰ ਮਾਰ ਕੇ ਵੀ ਜੱਗ ਕੀਤਾ। ਹਰੇਕ ਚੀਜ਼ ਜਿਹੜੀ ਕੋਈ ਕਹਿ ਲਓ ਕਿ ਪਿੱਛੇ ਆ ਗਈ, ਉਹ ਜ਼ਰੂਰੀ ਨਹੀਂ ਕਿ ਉਹਦੀ ਉਦਾਹਰਨ ਦੇ ਕੇ ਤੁਸੀਂ ਸਹੀ ਹੋ। ਖਾਣ ਵਾਲਿਆਂ ਨੇ ਜਾਂ ਦੇਵਤਿਆਂ ਨੇ ਜਿਹੜੇ ਕੰਮ ਕੀਤੇ ਇਹ ਠੀਕ ਨਹੀਂ। ਗੈਂਡਾ ਮਾਰ ਦੇਵਤਿਆਂ ਦੀਆਂ ਪੁਰਾਣੀਆਂ ਕਹਾਣੀਆਂ, ਦੇਵਤਿਆਂ ਕੀ ਬਾਣੇ, ਦੇਵਤਾਂ ਦੀ ਆਦਤ ਨੂੰ ਅੱਗੇ ਰੱਖ ਕੇ ਮਹਾਰਾਜ ਕਹਿੰਦੇ ਇੱਦਾਂ ਗੱਲਾਂ ਕਰਦੇ। ਗੈਂਡਾ ਮਾਰ ਹੋਮ ਜਗ ਕੀਏ, ਗੈਂਡਿਆਂ ਨੂੰ ਮਾਰਨਾ, ਹਵਨ ਕਰਨੇ, ਜਗ ਕਰਨੇ, ਦੇਵਤਿਆਂ ਦੀਆਂ ਗੱਲਾਂ ਕਰਨੀਆਂ। ਮਾਸ ਛੋੜ ਬੈਸ ਨੱਕ ਪਕੜਾ ਹੈ ਰਾਤੀ ਮਾਨਸ ਖਾਣੇ। ਫਿਰ ਕਹਿੰਦੇ ਇੱਥੇ ਤੁਸੀਂ ਮਾਸ ਦਾ ਝਗੜਾ ਪਾ ਕੇ ਬਹਿ ਗਏ, ਨੱਕ ਫੜ ਲਿਆ। ਕਿਸ ਗੱਲ ਕਰਕੇ? ਅਖੇ ਜੀ ਇਹ ਗ੍ਰਹਿਣ ਲੱਗਿਆ ਹੋਇਆ। ਗ੍ਰਹਿਣ ਦੇ ਵਿੱਚ ਮਾਸ ਇਤਿਆਦਿਕ ਜਾਂ ਅੱਗ ਬਾਲਣੀ ਇਹ ਠੀਕ ਨਹੀਂ। ਮਹਾਰਾਜ ਕਹਿੰਦੇ ਇੱਥੇ ਤੇ ਲੋਕਾਂ ਨੂੰ ਦਿਖਾਉਣ ਦੇ ਲਈ ਤੇ ਬਹਿ ਕੇ ਨੱਕ ਫੜ ਕੇ ਬਹਿ ਗਏ, ਪਰ ਰਾਤ ਨੂੰ ਉੱਥੇ ਬੰਦਿਆਂ ਨੂੰ ਇਹ ਖਾ ਜਾਂਦੇ, ਉੱਥੇ ਠੱਗੀ ਜਾਂਦੇ, ਉੱਥੇ ਕੋਈ ਆ ਜਾਏ ਉਹਦਾ ਸਾਰਾ ਕੁਝ ਕੱਢ ਲੈਂਦੇ, ਬਖਸ਼ਦੇ ਹੀ ਨਹੀਂ। ਮਹਾਰਾਜ ਕਹਿੰਦੇ ਇਹ ਵੀ ਤਾਂ ਪਾਪ ਹੈ। ਫਿਰ ਜੇ ਮਾਸ ਖਾਣ ਨੂੰ ਤੁਸੀਂ ਪਾਪ ਗਿਣਦੇ ਤੇ ਪਰਾਇਆ ਹੱਕ ਖਾਣਾ ਇਹ ਕਿੱਧਰੋਂ ਚੰਗਾ ਕੰਮ ਹੋ ਗਿਆ? ਲੋਕਾਂ ਨੂੰ ਗਲਤ ਰਸਤੇ ਪਾਉਣਾ। ਫੜ ਕਰ ਲੋਕਾਂ ਨੂੰ ਦਿਖਲਾਵੈ ਗਿਆਨ ਧਿਆਨ ਨਹੀਂ ਸੂਝੈ। ਕਹਿੰਦੇ ਨੱਕ ਫੜੀ ਬੈਠੇ, ਕਿਹੜਾ ਲੋਹੇ ਦਾ ਜਾਂ ਪਲਾਸਟਿਕ ਦਾ? ਇਹ ਵੀ ਤਾਂ ਮਾਸ ਦਾ ਹੀ ਹੈ। ਲੋਕਾਂ ਨੂੰ ਦਿਖਾਲ ਰਹੇ ਤੁਸੀਂ ਵੀ ਅਸੀਂ ਬੜੇ ਸੁਚਮਤਾ ਵਾਲੇ ਹਾਂ, ਅਸੀਂ ਬੜੇ ਸੰਨਿਆਸੀ ਹਾਂ, ਅਸੀਂ ਬਰਾਗੀ ਹਾਂ। ਅਸੀਂ ਮਹਾਰਾਜ ਕਹਿੰਦੇ ਸਿਰਫ ਦਿਖਾਵਾ, ਨਾ ਅੰਦਰਲਾ ਗਿਆਨ, ਨਾ ਧਿਆਨ, ਨਾ ਤੁਹਾਨੂੰ ਪਾਪ ਦੀ ਸਮਝ, ਨਾ ਪੁੰਨ ਦੀ ਸਮਝ। ਨਾਨਕ ਅੰਧੇ ਸਿਉ ਕਿਆ ਕਹੀਐ, ਕਹੈ ਨਾ ਕਹਿਆ ਬੂਝੈ। ਇਸ ਅੰਨੇ ਨੂੰ ਕੀ ਸਮਝਾਈਏ? ਜੇ ਇਹਨਾਂ ਨੂੰ ਕੁਝ ਕਹੀਏ ਵੀ ਤਾਂ ਕਹੀ ਹੋਈ ਗੱਲ ਨੂੰ ਸਮਝਦੇ ਨਹੀਂ, ਹੋਰ ਦਾ ਹੋਰੇ ਬਣਾ ਲੈਂਦੇ ਆ। ਮਹਾਰਾਜ ਕਹਿੰਦੇ ਅੰਧਾ ਸੋਏ ਜੇ ਅੰਧ ਕਮਾਵੈ। ਅਸਲ ਅੰਨਾ ਕੌਣ ਹੈ? ਮਹਾਰਾਜ ਕਹਿੰਦੇ ਇਉਂ ਨਾ ਕਹੋ ਪੰਡਤੋ, ਤੁਸੀਂ ਆਖੋਗੇ ਜੀ ਸਾਨੂੰ ਨਹੀਂ ਕਹਿ ਰਹੇ, ਸਾਡੇ ਤਾਂ ਅੱਖਾਂ ਨੇ। ਨਾ ਨਾ, ਕਹਿੰਦੇ ਅਸਲ ਅੰਨਾ ਉਹ ਹੈ ਜਿਹੜਾ ਅੰਨੇ ਕੰਮ ਕਰਦਾ ਹੈ, ਅਗਿਆਨਤਾ ਭਰੇ ਕੰਮ ਕਰਦਾ ਹੈ। ਭਾਵੇਂ ਉਹਦੇ ਆ ਬਾਹਰਲੀਆਂ ਦੋਵੇਂ ਅੱਖਾਂ ਬਿਲਕੁਲ ਜਗਦੀਆਂ ਨੇ, ਪਰ ਜਿਸ ਇਨਸਾਨ ਦੇ ਕੰਮ ਅੰਧੇ ਹਨ, ਮਾੜੇ ਹਨ, ਉਹ ਅੰਨਾ ਹੀ ਹੈ। ਤਿਸ ਹਿਰਦੈ ਸੇ ਲੋਚਨ ਨਾਹੀਂ। ਜਿਸ ਗੁਰਮੁਖ ਦੇ ਹਿਰਦੇ ਦੇ ਅੰਦਰ ਵੈਰਾਗ ਵਿਵੇਕ ਸ੍ਰੇਸ਼ਟ ਲੋਚਨ ਹੈ, ਜਿਹੜੇ ਨੇਤਰ ਹੈ, ਉਹ ਨਹੀਂ ਨਾ ਅੰਦਰੋਂ ਜਗੇ। ਮਹਾਰਾਜ ਕਹਿੰਦੇ ਵਿਗਿਆਨੀ ਹੋ ਹੈ, ਅੰਨਾ ਹੀ ਹੈ। ਮਾਤ ਪਿਤਾ ਕੀ ਰਕਤ ਨਿਪੰਨੇ, ਮੱਛੀ ਮਾਸ ਨਾ ਖਾਹੀ। ਮਹਾਰਾਜ ਕਹਿੰਦੇ ਪੰਡਤੋ ਤੁਸੀਂ ਅਗਰ ਪੜ੍ਹੋਗੇ ਤੇ ਜਿਹੜੇ ਇਹ ਬਰਾਗੀ ਤੇ ਆਦਿਕ ਹਨ ਇਹ ਤੇ ਲਸਣ ਵਗੈਰਾ ਵੀ ਨਹੀਂ ਵਰਤਦੇ, ਪਰ ਉਹਨਾਂ ਦੇ ਵਿੱਚੋਂ ਕਈ ਐਸੇ ਹਨ ਮਾਸ ਮੂਸ ਵੀ ਖਾ ਲੈਂਦੇ। ਪਰ ਕਹਿੰਦੇ ਮੱਛੀ ਮਾੜੀ ਚੀਜ਼ ਹੈ। ਕਿਉਂ ਜੀ? ਕਹਿੰਦੇ ਮੱਛੀ ਪਾਣੀ 'ਚ ਰਹਿੰਦੀ ਹੈ, ਪਾਣੀ ਦੇ ਜੀਵਾਂ ਨੂੰ ਖਾਂਦੀ, ਇੰਨੀ ਭੈੜੀ ਹੈ ਕਿ ਉਹ ਜਿਹੜੀ ਮੱਛੀ ਹੈ ਕੂੜੀਆਂ ਨੂੰ ਵੀ ਖਾ ਜਾਂਦੀ ਹੈ, ਇਸ ਲਈ ਮਾੜੀ ਹੈ। ਮਹਾਰਾਜ ਕਹਿੰਦੇ ਮੱਛੀ ਦਾ ਮਾਸ ਖਾਂਦੇ ਨਹੀਂ ਉਂਝ ਤੁਸੀਂ, ਸੁਚਮਤਾ ਬਣੀ ਬੈਠੇ, ਦੂਜਿਆਂ ਨੂੰ ਖਾਈ ਜਾਂਦੇ। ਮਾਂ ਵੀ ਤੁਹਾਡੀ ਮਾਸ ਦੀ ਬਣੀ ਹੋਈ, ਪਿਤਾ ਵੀ ਤੁਹਾਡਾ ਮਾਸ ਦਾ ਬਣਿਆ ਹੋਇਆ, ਤੁਸੀਂ ਖੁਦ ਮਾਸ ਦੇ ਬਣੇ ਹੋਏ, ਦੂਜੇ ਮਾਸ ਖਾਈ ਜਾਂਦੇ, ਮੱਛੀ ਦੇ ਤੋਂ ਛੱਡੀ ਜਾਂਦੇ। ਆ ਫਿਰ ਆ ਮਾਤਾ ਪਿਤਾ ਇਹ ਵੀ ਤੇ ਮਾਸ ਦੀ ਬਣੇ ਆ, ਫਿਰ ਇਹਨਾਂ ਨੂੰ ਕਾਹਨੂੰ ਚੁੱਕ ਕੇ ਸਿਵਿਆਂ ਨੂੰ ਲੈ ਜਾਇਆ ਕਰਦੇ? ਮਾਸ ਇਹ ਹੈ, ਮਰ ਗਏ ਤੇ ਵੱਢ ਲਿਆ ਕਰੋ, ਫਿਰ ਪਤੀਲੇ ਚਾੜ ਲਿਆ ਕਰੋ।
ਮਹਾਰਾਜ ਕਹਿੰਦੇ ਅਸਲ ਗੱਲ ਹੈ ਅੰਦਰੀਲੇ ਗਿਆਨ ਦੀ, ਪਰਮੇਸ਼ਰ ਦੇ ਧਿਆਨ ਦੀ। ਉਹ ਤੋਂ ਟੁੱਟ ਕੇ ਬਸ ਇਸੇ ਚੀਜ਼ 'ਚ ਬਣ ਕੇ ਬਹਿ ਗਏ ਅਖੇ ਜੀ ਅਸੀਂ ਤੇ ਮਾਸ ਨਹੀਂ ਖਾਂਦੇ, ਸਭ ਕੁਝ ਕੰਮ ਪੂਰਾ ਹੋ ਗਿਆ। ਕੋਈ ਬੰਦਾ ਘਾਹ ਖਾਂਦਾ ਹੈ, ਫੂਸ ਖਾਂਦਾ ਹੈ, ਸਾਗ ਖਾਂਦਾ ਹੈ, ਤੇ ਸਵੇਰ ਨੂੰ ਲੋਕਾਂ ਨੂੰ ਗਾਲਾਂ ਕੱਢਦਾ, ਲੋਕਾਂ ਦੀ ਬੁਰੇ ਕੰਮ ਕਰੀ ਜਾਂਦਾ, ਰਿਸ਼ਵਤ ਕਰੀ ਜਾਂਦਾ। ਇੱਕ ਪਾਸੇ ਕੋਈ ਬੰਦਾ ਮਾਸ ਖਾਂਦਾ ਹੈ, ਮੁਸਲਮਾਨ ਹੈ, ਤੇ ਲੋਕਾਂ ਦਾ ਭਲਾ ਕਰੀ ਜਾਵੇ। ਉਹਦੇ ਵਿੱਚੋਂ ਦੋਵਾਂ 'ਚੋਂ ਕਿਹੜਾ ਚੰਗਾ ਹੋਇਆ? ਉਹ ਦੋਵਾਂ ਦੇ ਵਿੱਚੋਂ ਉਹ ਜ਼ਿਆਦਾ ਮਾੜਾ ਹੈ ਜਿਹੜਾ ਲੋਕਾਂ ਨੂੰ ਜੀਵਾਂ ਦੀਆਂ ਜੇਬਾਂ ਵੱਢੀ ਜਾਂਦਾ, ਲੋਕਾਂ ਦੇ ਹੱਕ ਖਾਈ ਜਾਂਦਾ। ਮਾੜਾ ਤੇ ਉਹ ਵੀ ਹੈ, ਉਹਨੂੰ ਵੀ ਚੰਗਾ ਨਹੀਂ ਕਿਹਾ। ਪਰ ਹੁਣ ਜਦੋਂ ਦੋਵਾਂ ਦੀ ਗੱਲ ਕਰਾਂਗੇ ਨਾ ਤੇ ਫਿਰ ਉੱਥੇ ਕਹਾਂਗੇ ਵੀ ਇਹਦੇ ਨਾਲੋਂ ਜਿਹੜਾ ਮਾਸ ਖਾ ਰਿਹਾ, ਇਹਦੇ ਨਾਲੋਂ ਆਹ ਜਿਹੜਾ ਲੋਕਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਢੀ ਜਾਂਦਾ, ਰਿਸ਼ਵਤਾਂ ਲਈ ਜਾਂਦਾ, ਠੱਗੀਆਂ ਮਾਰੀ ਜਾਂਦਾ, ਇਹ ਇੰਨਾ ਮਾਲ ਇਕੱਠਾ ਕਰਕੇ ਬਹਿ ਗਿਆ ਕਿ ਲੋਕ ਭੁੱਖੇ ਮਰ ਰਹੇ। ਡਾਇਰੈਕਟ ਨਹੀਂ, ਇਨਡਾਇਰੈਕਟ, ਸਹੀ ਪਾਸੇ ਨਹੀਂ ਗਲਤ ਪਾਸੇ ਤੋਂ ਲੋਕਾਂ ਨੂੰ ਮਾਰ ਰਿਹਾ ਹੈ। ਕਿੰਨੇ ਲੋਕ ਭੁੱਖੇ ਮਰ ਗਏ, ਕਈਆਂ ਤੱਕ ਅਨਾਜ ਨਹੀਂ ਪਹੁੰਚਿਆ, ਕਿੰਨੇ ਲੋਕਾਂ ਤੱਕ ਨੌਕਰੀ ਨਹੀਂ ਮਿਲੀ, ਕਿੰਨੇ ਲੋਕ ਫਾਹੇ ਲੈ ਕੇ ਮਰ ਗਏ। ਇਹ ਵੈਸ਼ਨੂੰ ਕਹਿੰਦਾ, ਇੱਕ ਹੱਥ 'ਚ ਝਾੜ ਕੇ ਕਹਿੰਦਾ ਮੈਂ ਤੇ ਮਾਸ ਨਹੀਂ ਖਾਂਦਾ। ਮਹਾਰਾਜ ਕਹਿੰਦੇ ਉਹ ਕਿਹਦੇ ਮੱਥੇ ਮੜੇਗਾ ਬਾਈ? ਇੱਕ ਬੰਦਾ ਮਾਸ ਖਾ ਰਿਹਾ, ਉਹਨੇ ਤਾਂ ਚੱਲ ਇੱਕ ਬੱਕਰਾ ਖਾਧਾ, ਉਹਨੇ ਕੋਈ ਹੋਰ ਮਾਸ ਖਾਧਾ, ਉਹਦੇ ਉੱਤੇ ਤੇ ਇੰਨਾ ਹੀ ਹੈ ਵੀ ਇਹਨੇ ਆਹ ਖਾਧਾ, ਪਰ ਤੂੰ ਤੇ ਬੰਦਿਆਂ ਨੂੰ ਹੀ ਖਾ ਗਿਆ। ਮਹਾਰਾਜ ਕਹਿੰਦੇ ਇਹ ਪਾਪ ਵੀ ਛੱਡੋ। ਮਾਤ ਪਿਤਾ ਕੀ ਰਕਤ ਨਿਪੰਨੇ, ਮਾਤਾ ਪਿਤਾ ਦੇ ਰਕਤ ਅਤੇ ਸਾਧ ਸੰਗਤ ਜੀ ਮਾਂ ਕੀ ਰਕਤ, ਪਿਤਾ ਬਿੰਦ ਧਾਰਾ ਤੋਂ ਬਣੇ ਹੋਏ ਜੀਵ। ਮੱਛੀ ਮਾਸ ਨਾ ਖਾਹੀ, ਕਈ ਇੱਕ ਕੇਵਲ ਮੱਛੀ ਦਾ ਮਾਸ ਨਾ ਖਾਣਾ। ਇਸੇ ਚੀਜ਼ ਨੂੰ ਸਮਝ ਕੇ ਬਸ ਆਪਣੇ ਆਪ ਨੂੰ ਧਰਮਾਤਮਾ ਬਣੀ ਬੈਠੇ। ਮਹਾਰਾਜ ਨੇ ਤੇ ਆਖਿਆ, ਕਹਿੰਦੇ ਇਹ ਵੀ ਗੱਲ ਨਹੀਂ ਠੀਕ ਹੈ। ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾ ਤਲ ਜਾਏ। ਜਿਹੜਾ ਕੋਈ ਤੀਰਥਾਂ 'ਤੇ ਵੀ ਜਾਵੇ, ਨੇਮ ਕਰੀ ਜਾਏ, ਜੋ ਮਰਜ਼ੀ ਕਰੀ ਜਾਏ, ਮਹਾਰਾਜ ਕਹਿੰਦੇ ਭੰਗ ਖਾਣਾ, ਭਾਂਗ ਮਾਸ ਨੂੰ ਕਹਿੰਦੇ ਆ ਭਾਂਗ। ਮਾਛਲੀ ਭਾਈ ਗੁਰਦਾਸ ਜੀ ਨੇ ਭਾਂਗ ਸ਼ਬਦ ਮਾਸ ਦੇ ਲਈ ਵਰਤਿਆ। ਗੁਰਦਾਸ ਵਿੱਚ ਹੈ, ਜੇ ਕਾਸਾਈ ਉਧਰਿਆ ਜੀਆਂ ਮਾਰ ਨਾ ਖਾਈਆ ਭੰਗਾ। ਜੀਆਂ ਨੂੰ ਮਾਰ ਮਾਰ ਕੇ ਉਹਨਾਂ ਦਾ ਮਾਸ ਖਾਣਾ ਕੋਈ ਚੰਗੀ ਗੱਲ ਨਹੀਂ। ਜੇ ਕਸਾਈ ਸਦਨੇ ਦਾ ਉਧਾਰ ਹੋ ਗਿਆ, ਤੇਰਾ ਵੀ ਉਧਾਰ ਹੋ ਜੇ, ਜ਼ਰੂਰੀ ਨਹੀਂ। ਇਹ ਗੱਲ ਜਾਣ ਲਓ, ਭਾਂਗ ਜਿਹੜੀ ਮਾਸ ਖਾਣਾ, ਮਛਲੀ ਖਾਣੀ, ਸੁਰਾ ਸ਼ਰਾਬ ਪੀਣੀ, ਪਾਨ ਖਾਣਾ, ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ। ਜਿਹੜੇ ਵੀ ਕੋਈ ਇਹਨਾਂ ਨੂੰ ਵਰਤਦੇ ਖਾਂਦੇ, ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਏ। ਰਸਾਤਲ ਕਹਿੰਦੇ ਨਰਕ ਨੂੰ ਜਾਣਗੇ। ਇਸਤਰੀ ਪੁਰਖ ਹੈ ਜਾਨਿਸ ਮੇਲਾ, ਉੱਥੈ ਮੰਦ ਕਮਾਹੀ। ਇਸਤਰੀ ਪੁਰਖ ਜਦੋਂ ਮਿਲਦੇ ਹਨ ਉੱਥੇ ਵੀ ਮੰਦ ਵਪਾਰ ਜਿਹੜਾ ਹੁੰਦਾ ਸਰੀਰਾਂ ਦਾ ਹੀ ਹੁੰਦਾ। ਮਹਾਰਾਜ ਕਹਿੰਦੇ ਮਾਸੋਂ ਨਿੰਮੇ ਮਾਸੋਂ ਜੰਮੇ, ਹਮ ਮਾਸੈ ਕੇ ਭਾਂਡੇ। ਮਾਸ ਤੋਂ ਬਣੇ ਆ, ਮਾਸ ਚੋਂ ਹੀ ਜੰਮੇ ਹਾਂ, ਮਾਸ ਦੇ ਹੀ ਅਸੀਂ ਭਾਂਡੇ ਹਾਂ, ਅਸੀਂ ਸਾਰੇ ਮਾਸ ਦੇ ਹੀ ਬਣੇ ਹਾਂ। ਗਿਆਨ ਧਿਆਨ ਕਛ ਸੂਝੈ ਨਾਹੀ, ਚਤੁਰ ਕਹਾਵੈ ਪਾਂਡੇ। ਪਾਂਡਿਆ ਤੈਨੂੰ ਸਮਝ ਕਾਸੇ ਦੀ ਨਹੀਂ, ਚਤੁਰ ਬਣਿਆ ਫਿਰਦਾ ਆਪਣੇ ਆਪ ਨੂੰ। ਅਸੀਂ ਸਾਰੀ ਮਾਸ ਦੇ ਬਣੇ ਹੋਏ ਹਾਂ। ਜੇ ਮਾਸ, ਜੇ ਤੂੰ ਆਖੇ ਵੀ ਮਾਸ ਜ਼ਰੂਰੀ ਹੈ, ਫਿਰ ਸਾਰੇ ਮਾਸ ਦੇ ਹਾਂ। ਮਾਂ ਵੀ, ਬਾਪ ਵੀ, ਭੈਣ ਵੀ, ਧੀਆਂ ਵੀ, ਪੁੱਤ ਵੀ। ਤੈਨੂੰ ਪਰ ਪਤਾ ਨਹੀਂ ਕਿਹੜੀ ਚੀਜ਼ ਚੰਗੀ ਹੈ, ਕਿਹੜੀ ਮਾੜੀ ਹੈ। ਬਾਹਰ ਕਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ। ਫਿਰ ਦੁਆਇਤ 'ਚ ਬੜਾ ਫਸਿਆ ਹੋਇਆ। ਬਾਹਰ ਦਾ ਮਾਸ ਜਿਹੜੀ ਬਾਹਰਲੇ ਬੰਦੇ ਮਾਸ ਦੇ ਹੀ ਬਣੇ ਆ। ਇਹ ਇਹਨਾਂ ਨਾਲ ਦੁਆਇਤ ਕਰਦਾ, ਇਹਨਾਂ ਦੀ ਬੁਰਾਈ ਕਰਦਾ, ਇਹ ਮੰਦੇ ਹੋ ਗਏ। ਇਹਨਾਂ ਤੋਂ ਰਿਸ਼ਵਤਾਂ ਲੈਂਦਾ ਫਿਰਦਾ, ਇਹਨਾਂ ਦਾ ਹੱਕ ਮਾਰਦਾ। ਘਰ ਕਾ ਮਾਸ ਚੰਗੇਰਾ, ਘਰ ਦੇ ਮਾਸ ਦੇ ਜੰਮੇ ਧੀਆਂ ਪੁੱਤ ਚੰਗੇ ਲੱਗਦੇ, ਇਹ ਵੀ ਮਾਸ ਇਹ ਤਾਂ ਹੈ। ਮਹਾਰਾਜ ਕਹਿੰਦੇ ਜੋਤ ਨਾਲ ਤੇਰਾ ਵਾਸਤਾ ਨਹੀਂ। ਜੀ ਜੰਤ ਸਭ ਮਾਸੋ ਹੋਏ, ਜੀਏ ਲਿਆ ਵਾਸੇਰਾ। ਆ ਜੀ ਜੰਤ ਜਿੰਨੇ ਵੀ ਸਭ ਮਾਸ ਦੇ ਬਣੇ ਹੋਏ ਆ। ਇਹਨਾਂ ਦੇ ਅੰਦਰ ਜੀਵ ਆਤਮਾ ਦਾ ਵਾਸਾ ਹੈ, ਉਹਨੂੰ ਜਾਣ। ਅਪੱਖ ਭਖੈ ਭਖ ਤਜ ਛੋੜੈ, ਅੰਧ ਗੁਰੂ ਜਿਨ ਕੇਰਾ। ਜਿਨ੍ਹਾਂ ਦਾ ਗੁਰੂ ਅੰਨਾ ਹੈ, ਅਗਿਆਨੀ ਹੈ,
ਔਰ ਜਿਹੜੇ ਉਹ ਅਗਿਆਨੀ ਗੁਰੂ ਦੇ ਪਿੱਛੇ ਲੱਗ ਗਏ, ਮਹਾਰਾਜ ਕਹਿੰਦੇ ਉਹਨਾਂ ਨੂੰ ਖਾਣ ਦਾ ਚੱਜ ਹੀ ਨਹੀਂ ਆਉਂਦਾ। ਸਾਨੂੰ ਤੇ ਜਦੋਂ ਗੁਰਬਾਣੀ ਪੜ੍ਹਦੇ ਗੁਰੂ ਮਹਾਰਾਜ ਜੀ ਖਾਣ ਦੀ, ਪਹਿਨਣ ਦੀ, ਉੱਠਣ ਦੀ, ਬਹਿਣ ਦੀ, ਬੋਲਣ ਦੀ, ਚੱਲਣ ਦੀ, ਕੰਮ ਕਰਨ ਦੀ, ਵਿਆਹ ਦੀ, ਸ਼ਾਦੀ ਦੀ, ਕਹਿ ਲਓ ਕਿ ਦਿਨ ਦੀ, ਹਫ਼ਤੇ ਦੀ, ਮਹੀਨੇ ਦੀ, ਪੈਰ ਦੀ, ਇੱਥੋਂ ਤੱਕ ਸਵਾਸ ਦੀ, 12 ਮਾਹ ਮਹੀਨੇ ਦੀ, ਹਰ ਸਾਲ ਤੱਕ ਦੀਆਂ ਕੱਲੀ ਕੱਲੀ ਗੱਲ ਮਹਾਰਾਜ ਦੱਸਦੇ ਵੀ ਤੈਂ ਇਉਂ ਕਰਨਾ। ਪਰ ਮਹਾਰਾਜ ਕਹਿੰਦੇ ਜਿਹੜੇ ਅੰਨੇ ਗੁਰੂਆਂ ਦੇ ਪਿੱਛੇ ਲੱਗੇ, ਕਹਿੰਦੇ ਭਖ ਹੈ, ਜਿਹੜੀਆਂ ਨਾ ਖਾਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਖਾਈ ਜਾਂਦੇ। ਭਖ ਤਜ ਛੋਟਾ, ਜਿਹੜੀਆਂ ਚੀਜ਼ਾਂ ਪ੍ਰਮਾਤਮਾ ਨੇ 36 ਪ੍ਰਕਾਰ ਦੇ ਭੋਜਨ ਪਦਾਰਥ ਦਿੱਤੇ ਉਹਨੂੰ ਕਹਿੰਦੇ ਤੇ ਘਾਹ ਫੂਸ ਹੈ, ਛੱਡੋ। ਜਦੋਂ ਤੂੰ ਬਣਾਇਆ ਹੀ ਨਹੀਂ ਉੱਦਾਂ ਦਾ, ਜਿਹੜੀਆਂ ਚੀਜ਼ਾਂ ਤੇਰੇ ਅੰਦਰ ਖਾਣ ਦੀ ਕੰਪੈਸਿਟੀ ਉਹ ਨਹੀਂ, ਖਾ ਹੀ ਨਹੀਂ ਸਕਦਾ, ਉਹਨੂੰ ਖਾਈ ਜਾਂਦੇ। ਇਹ ਕਹਿੰਦੇ ਭਾਈ ਇਹ ਅੰਨੇ ਹੈ। ਹੁਣ ਕਈ ਕਹਿਣਗੇ ਜੀ ਜਿਹੜੇ ਫਿਰ ਮਾਸ ਖਾਂਦੇ ਉਹ ਕਿਹੜੇ ਗੁਰੂ ਦੇ ਸਿੱਖ, ਕਿਹੜਾ ਹੈ ਨਹੀਂ ਉਹ। ਭਾਈ ਸੰਗਤ ਜੀ ਸੱਚੇ ਆ, ਉਹਨਾਂ ਕਿਸੇ ਹੋਰ ਨੂੰ ਹੀ ਗੁਰੂ ਧਾਰਿਆ ਹੋਇਆ। ਗੁਰੂ ਦੀ ਗੱਲ ਨਾ ਉਹ ਸੁਣਦੇ ਆ ਨਾ ਮੰਨਦੇ ਆ। ਗੁਰੂ ਦੀ ਗੱਲ ਅਗਰ ਸੁਣਨਗੇ ਤੇ ਫਿਰ ਉਹ ਇਹ ਕੰਮ ਨਾ ਕਰਨਗੇ। ਉਹਨਾਂ ਕਿਸੇ ਨਾ ਕਿਸੇ ਬੰਦੇ ਨੂੰ ਜਾਂ ਕਿਸੇ ਪਰੰਪਰਾ ਨੂੰ, ਕਿਸੇ ਨਾ ਕਿਸੇ ਦੀ ਪਿੱਛੇ ਚੱਲੇ ਆਉਂਦੀ ਗੱਲ ਨੂੰ ਉਹਨੇ ਮੰਨ ਰੱਖਿਆ ਇਸ ਮਸਲੇ ਤੇ ਗੁਰੂ ਨੂੰ ਗੁਰੂ ਨਹੀਂ ਸਮਝਦੇ। ਅਗਰ ਗੁਰੂ ਪਾਤਸ਼ਾਹ ਦੇ ਚਰਨੀ ਲੱਗ ਜਾਣ ਤੇ ਸਾਰਾ ਹੀ ਗਿਆਨ ਹਾਸਲ ਹੋ ਜਾਏ। ਸਾਧ ਸੰਗਤ ਜੀ ਮਾਸੋਂ ਨਿੰਮੇ ਮਾਸੋਂ ਜੰਮੇ, ਹਮ ਮਾਸੈ ਕੇ ਭਾਂਡੇ। ਮਾਸ ਚੋਂ ਹੀ ਨਿੰਮੇ ਆ ਬਣਿਆ, ਮਾਸ ਚੋਂ ਹੀ ਜੰਮੇ ਹਾਂ, ਮਾਸ ਦੀ ਭਾਂਡੇ ਹਾਂ। ਗਿਆਨ ਧਿਆਨ ਕਛ ਸੂਝੈ ਨਾਹੀ, ਚਤੁਰ ਕਹਾਵੈ ਪਾਂਡੇ। ਇਹ ਪੰਡਿਤ ਗਿਆਨ ਦੀ, ਧਿਆਨ ਦੀ ਕੋਈ ਸੋਝੀ ਨਹੀਂ। ਨਿਰਗੁਣ ਦਾ ਗਿਆਨ, ਸਰਗੁਣ ਦਾ ਧਿਆਨ ਕੋਈ ਤੈਨੂੰ ਸਮਝ ਨਹੀਂ, ਉੱਦਾਂ ਚਤੁਰ ਬਣਿਆ ਫਿਰਦਾ ਹੈ। ਮਾਸ ਪੁਰਾਣੀ ਮਾਸ ਕਤੇਬੀ, ਚੌਦਿਸ ਮਾਸ ਸਮਾਣਾ। ਚੌਦਿਸ ਮਾਸ, ਚੌ ਯੁੱਗ ਮਾਸ ਕਮਾਣਾ। ਮਾਸ ਪੁਰਾਣੀ ਮਾਸ ਕਤੇਬੀ, ਪੁਰਾਣਾ 'ਚ ਵੀ ਮਾਸਾਂ ਦਾ ਪ੍ਰਸੰਗ ਮਿਲ ਜਾਏਗਾ, ਕਤੇਬਾਂ ਵਿੱਚ ਵੀ ਮਾਸ ਦਾ ਪ੍ਰਸੰਗ ਮਿਲ ਜਾਏਗਾ। ਇਸਲਾਮ ਧਰਮ ਦੀਆਂ ਚੌ ਯੁੱਗ ਮਾਸ ਕਮਾਣਾ, ਚਾਰੇ ਯੁੱਗਾਂ ਦੇ ਵਿੱਚ ਮਾਸ ਦੀ ਉਹ ਤਾਂ ਗੱਲ ਹੈ। ਬੰਦੇ ਵੀ ਮਾਸ ਦੇ ਹੀ ਬਣੇ ਹੋਏ, ਹਰੇਕ ਚੀਜ਼। ਜਜ ਕਾਜ ਵਿਆਹ ਸੁਹਾਵੈ, ਉੱਥੇ ਮਾਸ ਸਮਾਣਾ। ਜਦੋਂ ਕਿਤੇ ਵਿਆਹ ਤੇ ਉੱਥੇ ਵੀ ਮਾਸ ਇਹ ਤਾਂ ਸਮਾਏ ਹੁੰਦੇ, ਜਿੰਨੇ ਜੀਵ ਹੈ ਮਾਸ ਦੇ ਹੀ ਬਣੇ ਹੁੰਦੇ, ਸੱਜ ਕੇ ਆਉਂਦੇ। ਇਸਤਰੀ ਪੁਰਖ ਨਿਪਜੈ ਮਾਸੋਂ। ਮਹਾਰਾਜ ਕਹਿੰਦੇ ਸਾਰੇ ਮਾਸ ਦੇ ਹੀ ਤਾਂ ਬਣੇ, ਇਸਤਰੀ ਪੁਰਖ ਸਭ ਮਾਸ ਹੀ ਤਾਂ ਹੈ। ਪਾਤ ਸ਼ਾਹ ਸੁਲਤਾਨਾ, ਅਜਨੇ ਪਾਤਸ਼ਾਹ ਰਾਜੇ, ਸੁਲਤਾਨ ਚੱਕਰਵਰਤੀ ਰਾਜੇ ਸਭ ਮਾਸ ਦੇ ਹੀ ਹੈ। ਜੇ ਉਹ ਦਿਸੈ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ। ਜੇ ਉਹ ਰਾਜੇ ਐ ਪੰਡਤ ਨਰਕ ਨੂੰ ਜਾਂਦੇ ਹਨ, ਮਾਸ ਧਾਰੀ ਜੀਵ, ਤੇ ਤੂੰ ਉਹਨਾਂ ਦਾ ਦਾਨ ਕਾਹਤੋਂ ਲਈ ਜਾਂਦਾ ਪੰਡਤਾ? ਕਿਉਂ ਇਹ ਦਾਨ ਲਈ ਜਾਂਦਾ? ਤੂੰ ਸਮਝਦਾ ਮੇਰਾ ਅਧਿਕਾਰ ਹੈ? ਨਹੀਂ। ਦੇਂਦਾ ਨਰਕ, ਜੇ ਦੇਣ ਵਾਲਾ ਨਰਕਾਂ ਨੂੰ ਜਾਂਦਾ ਹੈ ਤੇ ਫਿਰ ਤੂੰ ਦੱਸ ਲੈਂਦੇ ਸੁਰਗ ਲੈਂਦੇ ਦੇਖੋ ਇਹੋ ਧਿਆਨ ਹੈ ਤੇਰਾ ਧੱਕਾ ਹੀ ਹੈ। ਤੂੰ ਦਾਨ ਲੈਣ ਵਾਲਾ ਉਹਨਾਂ ਰਾਜੇ ਰਜਵਾੜਿਆਂ ਤੋਂ ਸਵਰਗ ਨੂੰ ਕਿਵੇਂ ਚਲਾ ਜਾਏਗਾ? ਜੇ ਦਾਨ ਦੇਣ ਵਾਲੇ ਨਰਕ ਨੂੰ ਜਾਣਗੇ, ਇਹ ਮਾਸ ਵਿੱਚ ਵਰਤਣ ਵਾਲੇ, ਤੂੰ ਵੀ ਸਵਰਗ ਨੂੰ ਨਹੀਂ ਜਾ ਸਕਦਾ, ਕਿਉਂਕਿ ਗਿਆਨ ਧਿਆਨ ਤੈਨੂੰ ਵੀ ਨਹੀਂ, ਗਿਆਨ ਧਿਆਨ ਉਹਨਾਂ ਨੂੰ ਵੀ ਨਹੀਂ। ਆਪ ਨਾ ਬੂਝੈ ਲੋਕ ਬੁਝਾਏ, ਪਾਂਡੇ ਖਰਾ ਸਿਆਣਾ। ਪਾਂਡੇ ਤੂੰ ਆਪਣੇ ਆਪ ਨੂੰ ਜਾਣੇ ਹੀ ਨਹੀਂ, ਲੋਕਾਂ ਨੂੰ ਸਿੱਖਿਆ ਦੇਣਾ। ਪਾਂਡੇ ਆਪਣੇ ਆਪ 'ਚ ਤੂੰ ਬੜਾ ਖਰਾ ਸਿਆਣਾ ਚਲਾਕ ਬਣਿਆ ਫਿਰਦਾ ਹੈ, ਪਰ ਤੈਨੂੰ ਆਪਣੇ ਆਪ ਦੀ ਸੋਝੀ ਨਹੀਂ। ਦਾਨ ਲੈਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ, ਉਪਦੇਸ਼ ਦਿੰਦਾ ਲੋਕਾਂ ਨੂੰ, ਮਾਸ ਦਾ ਸਾਰਾ ਵਿਵਹਾਰ ਹੈ ਇਹ, ਪਰ ਗਿਆਨ ਧਿਆਨ ਤੋਂ ਦੀ ਤੈਨੂੰ ਕੋਈ ਸੋਝੀ ਨਹੀਂ, ਤੂੰ ਵੀ ਨਰਕਾਂ ਨੂੰ ਹੀ ਜਾਏਗਾ ਭਾਈ। ਪਾਂਡੇ ਤੂੰ ਜਾਣਾ ਹੀ ਨਹੀਂ। ਪਾਂਡੇ ਤੈਨੂੰ ਕੁਛ ਵੀ ਸਮਝ ਨਹੀਂ ਹੈ, ਤੈਨੂੰ ਨਹੀਂ ਹਜੇ ਸਮਝ। ਕਿੱਥੋਂ ਮਾਸ ਉਪੰਨਾ, ਮਾਸ ਪੈਦਾ ਕਿੱਥੋਂ ਹੁੰਦਾ ਹੈ? ਜਾਣੀ ਸਾਰੀ ਪ੍ਰਕਿਰਤੀ ਜੋ ਕੁਝ ਹੈ ਕਿੱਥੋਂ ਕੀ ਕੁਝ ਬਣਦਾ ਹੈ? ਤੋਇਓ ਅੰਨ ਕਮਾਦ ਕਪਾਹਾਂ, ਪਾਣੀ ਤੋਂ ਅੰਨ ਬਣਦਾ ਹੈ ਜਿਹੜਾ ਬੰਦੇ ਖਾਂਦੇ ਆ। ਫਿਰ ਕਮਾਦ ਜਿਹੜਾ ਗੰਨਾ ਕਹਿ ਲੈਂਦੇ ਅਸੀਂ, ਕਮਾਦ ਵੀ
ਜਿਹਦਾ ਰਸ ਕੱਢਦੇ ਬੰਦੇ ਪੀਂਦੇ, ਚਾਹ ਦੇ ਨਾਲ ਰੋਹ ਬਣਦੀ, ਉਹ ਵੀ ਪਾਣੀ ਤੋਂ ਬਣਦਾ। ਫਿਰ ਕਪਾਹ ਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ 'ਚ ਪਾਣੀ ਜਾ ਕੇ ਲੱਗਦਾ, ਫਿਰ ਉਹ ਤੋਂ ਕੱਪੜੇ ਬਣਦੇ, ਅਸੀਂ ਪਹਿਨਦੇ ਹਾਂ। ਤੋਇਓ ਤ੍ਰਿਭਾਵਨ ਗੰਨਾ, ਤੋਇਓ ਜਣੀ ਪਾਣੀ ਤੋਈ ਤ੍ਰਿਭਾਵਨ ਤਿੰਨੇ ਪਾਉਣ ਗੰਨਾ, ਜਣੀ ਗਿਣ ਨਾ ਕਰੋ, ਜਾਣ ਨਾ ਕਰੋ। ਇਹ ਸਭ ਕੁਝ ਗੰਨਾ ਇਤਿਆਦਿਕ ਪਾਣੀ ਤੋਂ ਬਣਦਾ। ਪਰ ਹੁਣ ਅਸੀਂ ਕਪਾਹ ਤਾਂ ਨਹੀਂ ਖਾਂਦੇ ਵੀ ਪਾਣੀ ਤੋਂ ਹੀ ਬਣੀ ਹੋਈ ਹੈ ਇਹ, ਕਪਾਹ ਤੋਂ ਕੱਪੜਾ ਬਣਾਉਂਦੇ। ਅਸੀਂ ਰੋਹ ਪੀਂਦੇ ਹਾਂ, ਪਰ ਰੋਹ ਤੋਂ ਅੱਗੇ ਕਈ ਬੰਦੇ ਸ਼ਰਾਬ ਕੱਢ ਕੇ ਪੀ ਲੈਂਦੇ। ਫਿਰ ਕੋਈ ਆਖੇ ਜੀ ਪਾਣੀ ਤੋਂ ਹੀ ਰੋਹ ਬਣੀ, ਪਾਣੀ ਤੋਂ ਹੀ ਸ਼ਰਾਬ ਬਣੀ, ਪੀ ਲਓ। ਨਾ ਭਾਈ, ਇਸ ਤਰੀਕੇ ਬਣਦਾ ਪਾਣੀ ਤੋਂ ਹੀ ਹੈ। ਅੰਨ ਵੀ ਬਣਦਾ, ਕਮਾਦ ਵੀ ਬਣਦਾ, ਕਪਾਹ ਵੀ ਬਣਦੀ, ਪਰ ਅਵਸਥਾ ਅਨੁਸਾਰ ਉਹਦੀ ਆਪੋ ਆਪਣੇ ਅਨੁਸਾਰ ਹੀ ਉਹਦਾ ਰੂਪ ਬਦਲਦਾ ਰਹਿੰਦਾ ਹੈ। ਕਈ ਚੀਜ਼ਾਂ ਸਾਨੂੰ ਉਹਦੇ ਵਿੱਚ ਹੁਕਮ ਹੈ ਵਰਤਣ ਦਾ, ਕਈ ਚੀਜ਼ਾਂ ਅਸੀਂ ਵਰਤ ਨਹੀਂ ਸਕਦੇ। ਕਈ ਚੀਜ਼ਾਂ ਉਹ ਖਾਣ ਲਈ ਕੰਮ ਆਉਂਦੀਆਂ, ਕਈ ਪਹਿਨਣ ਲਈ ਕੰਮ ਆਉਂਦੀਆਂ, ਕਈ ਚੀਜ਼ਾਂ ਚਾੜ੍ਹਨ ਲਈ ਕੰਮ ਆਉਂਦੀਆਂ। ਲੱਕੜ ਇਤਿਆਦਿਕ ਵਰਤਦੇ ਅਸੀਂ, ਉਹ ਵੀ ਪਾਣੀ ਤੋਂ ਬਣਦੀ, ਪਰ ਉਹਦੇ ਕਿਸੇ ਹੋਰ ਕੰਮ ਹੈ। ਇਸ ਤਰੀਕੇ ਸਾਰਾ ਕੁਝ ਬਣਿਆ ਤੇ ਪਾਣੀ ਤੋਂ ਹੈ, ਪਰ ਸਮੇਂ ਸਮੇਂ ਅਨੁਸਾਰ ਉਹਦੀ ਵਰਤੋਂ ਵਿਹਾਰ ਦੇ ਲਈ ਗੁਰੂ ਅਕਲ ਦਿੰਦਾ ਹੈ। ਗੁਰੂ ਦੇ ਅਨੁਸਾਰ ਹੀ ਚੱਲ ਕੇ ਬੰਦੇ ਨੂੰ ਚੀਜ਼ਾਂ ਵਰਤਣੀਆਂ ਚਾਹੀਦੀਆਂ ਹਨ। ਕਿਉਂ ਮਹਾਰਾਜ ਸਮਝਾਉਂਦੇ, ਤੋਆ ਆਖੈ ਹਉ ਬਹੁ ਬਿਧ ਅੱਛਾ। ਹੁਣ ਇੱਥੇ ਥੋੜ੍ਹਾ ਜਿਹਾ ਸਮਝ ਲੈਣਾ, ਤੋਆ ਆਖੈ ਹਉ ਵੀ ਪਾਠ ਕਰਦੇ ਆ, ਪਰ ਸੰਪਰਦਾ ਦੇ ਅੰਦਰ ਆਖੈ ਹਉ ਇਕੱਠਾ ਹੀ ਹੈ। ਕਹਿੰਦੇ ਤੋਆ ਆਖੈ ਹਉ, ਇਹ ਪੰਡਤੋ ਤੁਸੀਂ ਤੋਆ ਪਾਣੀ ਨੂੰ ਆਖਦੇ ਹੋ ਵੀ ਬੜਾ ਚੰਗਾ ਹੈ, ਗੰਗਾ ਇਤਿਆਦਿਕ ਦਾ ਪਾਣੀ ਬਹੁਤ ਵਧੀਆ, ਅਤੇ ਕਿਤੇ ਉਹੀ ਪਾਣੀ ਲੋਕ ਮੈਲੇ ਥਾਂ ਵਰਤ ਲੈਂਦੇ, ਜਾਂ ਉਸੇ ਪਾਣੀ ਤੋਂ ਸ਼ਰਾਬ ਬਣਾ ਲੈਂਦੇ, ਉਹ ਆਪਾਂ ਪੀਂਦੇ ਨਹੀਂ। ਇਹ ਚੀਜ਼ ਨੂੰ ਸਮਝਣ ਵਾਲਾ ਹੈ। ਤੋਆ ਆਖੈ ਹਾਂ ਬਹੁ ਬਿਧ ਅੱਛਾ, ਤੋਆ ਬਹੁਤ ਵਿਕਾਰਾ। ਪਾਣੀ ਤਾਂ ਇੱਕੋ ਹੀ ਹੈ, ਕਿਤੇ ਉਹੀ ਪਾਣੀ ਅੱਛਾ ਹੈ ਅਤੇ ਕਿਤੇ ਉਸੇ ਪਾਣੀ 'ਚ ਵਿਕਾਰ ਪੈਦਾ ਹੋ ਜਾਂਦੇ ਆ। ਇਹ ਜਾਣਨਾ ਕਰੋ। ਏਤੇ ਰਸ ਛੋੜ ਹੋਵੈ ਸੰਨਿਆਸੀ, ਨਾਨਕ ਕਹੈ ਵਿਚਾਰਾ। ਮਹਾਰਾਜ ਕਹਿੰਦੇ ਉੱਤੇ ਰਸ ਬਹੁਤ ਗਿਣੇ ਆ, ਅੰਨ ਦਾ, ਕਮਾਦ ਦਾ, ਕਪਾਹ ਦਾ, ਜਾਂ ਉੱਤੇ ਜਿੰਨੇ ਰਸ ਹੋਰ ਕਈ ਤਰ੍ਹਾਂ ਦੇ ਹੈ, ਮਹਾਰਾਜ ਕਹਿੰਦੇ ਸਾਰਿਆਂ ਦਾ ਰਸ ਛੱਡਣਾ ਪੈਣਾ। ਇਹਨਾਂ ਦੀ ਜਿਹੜੀ ਅੰਦਰ ਨਾ ਰਸ ਹਰੇਕ ਚੀਜ਼ ਦਾ, ਜੇ ਕੱਪੜਿਆਂ ਦਾ ਹੀ ਰਸ ਪੈਦਾ ਹੋ ਜੇ, ਇਹ ਵੀ ਵਿਕਾਰ ਪੈਦਾ ਕਰ ਦਿੰਦਾ। ਤਰ੍ਹਾਂ ਤਰ੍ਹਾਂ ਦੇ ਕੱਪੜੇ, ਇੱਕ ਲਾਹ ਲਿਆ ਦੂਜਾ ਪਾ ਲਿਆ। ਖਾਣ ਦਾ ਵੀ ਰਸ ਬਹੁਤਾ ਜ਼ਿਆਦਾ, ਉੱਥੇ ਵੀ ਫਿਰ ਖਾਈ ਜਾਣਾ, ਉਹ ਵੀ। ਫਿਰ ਕੱਪੜਿਆਂ ਦਾ ਜਾਂ ਗੰਨੇ ਇਤਿਆਦਿਕ ਤੋਂ ਬਣੀਆਂ ਚੀਜ਼ਾਂ ਦਾ ਰਸ, ਬਹੁਤਾ ਰਸ ਕਿਸੇ ਚੀਜ਼ ਦਾ ਵੀ ਮਾੜਾ ਹੈ। ਗੁਰੂ ਕੇ ਸਿੱਖ ਨੇ ਤੇ ਥੋੜ੍ਹਾ ਜਿਹਾ ਅਲਪ ਆਹਾਰ, ਸੁਲਪ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਹਿਬੋ ਹੋਇ ਬੋ ਤ੍ਰਿਗੁਣ ਅਤੀਤ। ਉਹਨੇ ਤੇ ਬਹੁਤ ਲੋੜੀਂਦਾ, ਬਸ ਜ਼ਰੂਰਤ ਅਨੁਸਾਰ ਚੀਜ਼ ਵਰਤਣੀ ਹੈ, ਜੀਵਨ ਨਿਰਵਾਹ ਕਰਨਾ, ਪਰਮਾਤਮਾ ਨੂੰ ਜਾਣਨਾ ਹੈ। ਜੇ ਇੰਨੇ ਰਸਾਂ ਨੂੰ ਛੱਡੇਗਾ ਤਾਂ ਅਸਲ ਸੰਨਿਆਸੀ ਹੈ। ਨਾਨਕ ਕਹੈ ਵਿਚਾਰਾ, ਇਹ ਗੁਰੂ ਨਾਨਕ ਦੇਵ ਜੀ ਵਿਚਾਰ ਕਹਿ ਰਹੇ ਹੈ। ਉਂਝ ਤਾਂ ਇਹਦੇ ਬਹੁਤ ਲੰਮੀਆਂ ਵਿਚਾਰਾਂ ਹੋ ਜਾਣਗੀਆਂ, ਖੁੱਲ੍ਹ ਹੀ ਚੱਲਾਂਗੇ, ਪਰ ਆਪਾਂ ਉਨੀ ਕੇ ਵਿਚਾਰ ਕਰੀਏ ਜਿੰਨੀ ਆਪਾਂ ਨੂੰ ਹਜ਼ਮ ਹੋ ਜਾਏ। ਕਿਉਂਕਿ ਇਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਵਿਚਾਰਾਂ ਚੱਲਦੀਆਂ। ਬਹੁਤ ਸਾਰੇ ਲੋਕ ਐਸੇ ਹਨ ਜਿਹੜੇ ਦੇ ਪੱਖ 'ਚ ਵੀ ਭੁਗਤ ਜਾਣਗੇ, ਬਹੁਤ ਸਾਰੇ ਐਸੇ ਲੋਕ ਹਨ ਜੋ ਸ਼ਬਦ ਦੇ ਖਿਲਾਫ ਵੀ ਭੁਗਤ ਜਾਂਦੇ ਆ, ਜਾਣੀ ਇਸੇ ਸ਼ਬਦ ਤੋਂ ਮਾਸ ਖਾਣਾ ਸਿੱਧ ਕਰ ਸਕਦੇ ਆ, ਪਰ ਕਿਤੇ ਲਿਖਿਆ ਨਹੀਂ ਹੋਇਆ ਵੀ ਮਾਸ ਖਾਓ। ਇਹਦੇ ਵਿੱਚ ਉਹਦਾ ਦੱਸਿਆ ਵੀ ਵਿਚਾਰ ਕਰੋ ਇਸ ਚੀਜ਼ ਦੀ। ਅਸਲ 'ਤੇ ਗਿਆਨ ਧਿਆਨ ਨੂੰ ਜਾਣਨ ਲਈ ਇੱਥੇ ਆਏ ਹਾਂ। ਗੁਰੂ ਦੇ ਹੁਕਮ ਨੂੰ ਬੁੱਝ ਕੇ ਜੀਵਨ ਬਤੀਤ ਕਰਨਾ। ਪਾਣੀ ਤੋਂ ਹੀ ਸਭ ਕੁਝ ਬਣਦਾ, ਪਰ ਪਾਣੀ ਅਵਸਥਾ ਅਨੁਸਾਰ ਬਦਲਦਾ ਜਾਂਦਾ ਹੈ। ਕਈ ਚੀਜ਼ਾਂ ਤੇਰੇ ਖਾਣ ਲਈ, ਉਸੇ ਗਾਂ 'ਚੋਂ ਅਸੀਂ ਦੁੱਧ ਬਣਦਾ ਪੀ ਲੈਂਦੇ ਹਾਂ, ਉਸੇ ਗਾਂ ਤੋਂ ਉਹ ਪਿਸ਼ਾਬ ਕਰਦੀ ਹੈ, ਗਊ ਮੂਤਰ ਜਿਹਨੂੰ ਕਹਿ ਦਿੰਦੇ ਆਮ, ਅਸੀਂ ਤਾਂ ਵਰਤਦੇ ਨਹੀਂ ਸਿੱਖ। ਜਾਂ ਮੱਝਾਂ ਤੋਂ ਦੁੱਧ ਬਣਦਾ, ਮੱਝਾਂ ਦਾ ਦੁੱਧ ਕੋਈ ਵਰਤਦਾ ਅਤੇ ਮੱਝਾਂ ਦੇ ਪਿਸ਼ਾਬ ਨੂੰ ਕੋਈ ਪੀਂਦਾ ਥੋੜ੍ਹਾ, ਵਰਤਦਾ ਹੋਏਗਾ ਕੋਈ ਕਿਸੇ ਤਰੀਕੇ, ਪਰ ਉਹਨੂੰ ਕਿਸੇ ਦਵਾਈ 'ਚ ਹੋ ਸਕਦਾ ਕੰਮ ਆਉਂਦਾ ਹੋਵੇ, ਪਰ ਆਮ ਤੌਰ 'ਤੇ ਸਿੱਧਾ ਨਹੀਂ ਪੀਤਾ ਜਾਂਦਾ। ਇਸ ਤਰੀਕੇ ਇਹ ਚੀਜ਼ ਨੂੰ ਸਮਝਣਾ ਬੜਾ ਲਾਜ਼ਮੀ ਹੈ, ਕਿਹੜੀ ਚੀਜ਼ ਕਿੱਥੇ ਵਰਤਣੀ। ਅਸਲ 'ਤੇ ਸਿੱਧੀ ਗੱਲ ਤਾਂ ਇੰਨੀ ਹੈ ਕਿ ਜਿਸ ਚੀਜ਼ ਦੀ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ 'ਚ ਮਨਾਹੀ ਕਰਤੀ ਉਹ ਮਨਾ ਹੈ। ਜਿਸ ਚੀਜ਼ ਨੂੰ ਗੁਰੂ ਸਾਹਿਬ ਨੇ ਸਾਨੂੰ ਕਹਿ ਦਿੱਤਾ ਹੈ ਵਰਤੋ, ਛਕੋ, ਖਾਓ,
ਜਿਹੜਾ ਅੰਨ ਦੇਵਤਾ, ਪਾਣੀ ਦੇਵਤਾ, ਜਿਨ੍ਹਾਂ ਨੂੰ ਮਹਾਰਾਜ ਨੇ ਦੈਵੀ ਚੀਜ਼ਾਂ ਆਖਿਆ, ਉਹ ਨਿਸ਼ਚਿੰਤ ਵਰਤੋ, ਤਾਂ ਸਾਡੇ ਲੋਕ ਸੁਖੀ ਪਰਲੋਕ ਸੋਹਿਲੇ ਹੋਣਗੇ। ਸਮਾਂ ਥੋੜ੍ਹਾ ਜਿਹਾ ਉੱਤੇ ਹੀ ਹੋ ਗਿਆ। ਪੌੜੀ ਆਪਾਂ ਇਹਦੀ ਕੱਲ੍ਹ ਨੂੰ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਤੋਆ ਆਖੈ ਹਾਂ ਬਹੁਵਿਧ ਅੱਛਾ, ਤੋਐ ਬਹੁਤ ਵਿਕਾਰਾ, ਏਤੇ ਰਸ ਛੋੜ ਹੋਵੈ ਸੰਨਿਆਸੀ, ਨਾਨਕ ਕਹਿ ਵਿਚਾਰਾ। ਜਿੰਨੀ ਵੀ ਸੰਗਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਈ ਆ, ਸਾਰੀਆਂ ਸੰਗਤਾਂ ਨੂੰ ਸਾਡੇ ਮਾਣਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਉਹਨਾਂ ਵੱਲੋਂ, ਸਾਡੇ ਸਮੁੱਚੇ ਪ੍ਰਬੰਧ ਵੱਲੋਂ ਜਿਉਂ ਆਇਆਂ ਨੂੰ ਕਿਹਾ ਜਾਂਦਾ। ਪਰ ਨਾਲੋਂ ਨਾਲ ਸੰਗਤ ਨੂੰ ਇੱਕ ਭਾਈ ਬੇਨਤੀ ਵੀ ਹੈ ਕਿ ਥੋੜ੍ਹਾ ਜਿਹਾ ਬੈਠਣਾ, ਜਦੋਂ ਥੋੜ੍ਹੇ ਜਿਹੇ ਫਰਕ ਦੇ ਨਾਲ ਇੱਕ ਦੂਜੇ ਤੋਂ ਬੈਠੋ। ਜਿਹੜਾ ਇੱਕ ਦੂਜੇ ਦਾ, ਜਿਹਨੂੰ ਆਪਾਂ ਸੋਸ਼ਲ ਡਿਸਟੈਂਸ ਕਹਿ ਦਿੰਦੇ ਹਾਂ, ਫਰਕ ਰੱਖੋ ਥੋੜ੍ਹਾ ਜਿਹਾ। ਇੱਕ ਦੂਜੇ ਦਾ ਹੱਥ ਮਿਲਾਉਣ ਤੋਂ ਪਰਹੇਜ਼ ਕਰੋ। ਜੋ ਗੁਰਮਤਿ ਵਿੱਚ ਸਾਨੂੰ ਫਤਿਹ ਗੁਰੂ ਸਾਹਿਬਾਨ ਨੇ ਦਿੱਤੀ ਹੈ, ਉਹੀ ਫਤਿਹ ਹੀ ਇੱਕ ਦੂਜੇ ਨੂੰ ਬੁਲਾਓ। ਅਤੇ ਜਿੰਨਾ ਹੋ ਸਕੇ ਤਰੀਕੇ ਨਾਲ, ਸਲੀਕੇ ਨਾਲ। ਬਾਹਰ ਸੇਵਾਦਾਰ ਸਾਡੇ ਖੜ੍ਹੇ ਆ, ਉਹਨਾਂ ਦਾ ਪੂਰੀ ਜੋ ਕਹਿੰਦੇ ਆ ਹਦਾਇਤ, ਜੋ ਬੇਨਤੀ ਕਰਦੇ, ਉਹਨੂੰ ਵੀ ਮੰਨੋ, ਉਹਨਾਂ ਦਾ ਵੀ ਪੂਰਾ ਸਹਿਯੋਗ ਕਰੋ। ਔਰ ਨਾਲੋਂ ਨਾਲ ਬਾਹਰ ਸਾਬਣ ਹੈ, ਸੈਨੀਟਾਈਜ਼ਰ ਇਤਿਆਦਿਕ ਜ਼ਰੂਰ ਵਰਤੋ। ਅਤੇ ਗੁਰੂ ਘਰ ਵੱਧ ਤੋਂ ਵੱਧ ਆਓ, ਹਾਜ਼ਰੀਆਂ ਭਰੋ, ਦਰਸ਼ਨ ਕਰੋ। ਆਪ ਸਭਨਾਂ ਨੂੰ ਸਾਡੇ ਸਮੁੱਚੇ ਪ੍ਰਬੰਧ ਵੱਲੋਂ, ਮਾਣਯੋਗ ਸਿੰਘ ਸਾਹਿਬ ਵੱਲੋਂ ਜਿਉਂ ਆਇਆਂ ਨੂੰ ਆਖਿਆ ਜਾਂਦਾ। ਥੋੜ੍ਹਾ ਜਿਹਾ ਸਿਹਤ ਵਿਭਾਗ ਵੱਲੋਂ ਜੋ ਸਾਨੂੰ ਹਦਾਇਤਾਂ ਮਿਲਦੀਆਂ ਨੇ, ਉਹਨਾਂ ਨੂੰ ਵੀ ਅਮਲ ਵਿੱਚ ਲੈ ਕੇ ਆਉਣਾ। ਥੋੜ੍ਹਾ ਜਿਹਾ ਪਰਹੇਜ਼ ਬਸ ਬਹੁਤ ਹੈ। ਸੋ ਸਭਨਾਂ ਨੂੰ ਜਿਉਂ ਆਇਆਂ ਨੂੰ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ।